LMIA ਇੱਕ ਕਨਵੀਨੀਅੰਸ ਬਣਾ ਦਿੱਤੀ ਹੈ ਵੀ ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਵਾਸਤੇ। ਇਹਦੇ ਵਿੱਚ ਹੁਣ ਮੈਂ ਇਹਦੇ 'ਚ ਕਲੀਅਰ ਦੱਸਦਾ, ਇੱਦਾਂ ਵੀ ਹੋਇਆ ਹੈਗਾ ਜੀ LMIA ਬਹੁਤ ਇੰਡਸਟਰੀ ਕਿਉਂਕਿ ਇੰਨੀ ਮਾੜੀ ਹੋ ਚੁੱਕੀ ਹੈ, ਨਕਲੀ LMIAs ਵਿਕੀਆਂ। ਉਹਦੇ ਵਿੱਚੋਂ ਕਈ ਇੱਦਾਂ ਦੀਆਂ ਹੁੰਦੀਆਂ ਨੇ ਜਦੋਂ ਬੰਦਿਆਂ ਨੇ ਵਰਕ ਪਰਮਿਟ ਲਾਉਣਾ ਉਦੋਂ ਉਹਨਾਂ ਨੂੰ ਪਤਾ ਉਹਨਾਂ 'ਤੇ ਬੈਨ ਲੱਗ ਜਾਂਦਾ 5 ਸਾਲ ਦਾ ਵੀ ਕਿਉਂਕਿ ਉਹਨਾਂ ਨੇ ਫੋਟੋ ਕਾਪੀ ਕਰਕੇ ਭੇਜਤੀਆਂ ਹੈਗੀਆਂ। ਤੇ ਪਰ ਇਹਦਾ ਮਤਲਬ ਉਹ ਜਿਹੜਾ ਪਿਛਲੇ ਦਿਨੀ ਆਪਣੇ ਨਿਆਣੇ ਵੀ ਇੱਥੇ 600-700 ਵਿਚਾਰਾ ਰੁਲਦਾ ਫਿਰਦਾ, ਉਹਨਾਂ ਨੂੰ ਜਿੱਦਾਂ ਉਹ ਨਕਲੀ ਲੈਟਰ ਦੇ ਦਿੱਤੀ ਸੀਗੀ ਦਾਖਲੇ ਵਾਲੀ, ਉਸੇ ਤਰ੍ਹਾਂ ਇੱਕ ਨਕਲੀ LMIA ਦੇ ਦਿੱਤਾ। ਬੰਦਾ ਮੰਨ ਲਓ ਆ ਵੀ ਗਿਆ ਤੇ ਕੱਲ ਨੂੰ ਉਹਦੇ ਗਲ ਪੈ ਜਾਣਾ ਸਾਰਾ ਕੁਝ। ਨਹੀਂ ਬੰਦਾ ਆਇਆ ਨਹੀਂ ਜੀ, ਬੰਦਾ ਆ ਗਿਆ ਤਾਂ ਫਿਰ ਵੀ ਚਲੋ ਇਹ ਆ ਵੀ ਕੈਨੇਡਾ ਪਹੁੰਚ ਗਿਆ ਕਿਸੇ LMIA ਦੇ, ਉਦੋਂ ਪਹਿਲਾਂ ਨਕਲੀ ਹੀ ਦੇਤੀ। ਨਾਲੇ 5-10 ਲੱਖ ਰੁਪਈਆ ਲੈ ਲਿਆ, ਨਾਲੇ ਅਗਲਾ 5 ਸਾਲ ਹੀ ਬੈਨ ਕਰ ਲਿਆ। ਐਨੀ ਵੀ LMIA ਲੈ ਲਈ ਤੁਸੀਂ, ਕੈਨੇਡਾ ਦੀ PR ਲੈ ਲਈ। ਆਮ ਤੌਰ 'ਤੇ ਹੁਣ ਇੰਨਾ ਮਾੜਾ ਹਾਲ ਹੋਇਆ ਪਿਆ ਜੀ, ਉਹ ਕਹਿੰਦੇ ਵੀ ਜੇ ਕੋਈ ਕਲਾਇੰਟ ਆਵੇ ਉਹਨੂੰ ਸੀਟ 'ਤੇ ਬੈਠੇ ਨੂੰ ਸਿਟੀਜ਼ਨ ਬਣਾ ਦਿਓ। ਆਮ ਤੌਰ 'ਤੇ ਮੈਂ ਸਟੂਡੈਂਟਸ ਨੂੰ ਕਹਿਣਾ ਖਾਸ ਕਰਕੇ ਆਪਣੇ ਜਿਹੜੇ ਨਾਰਥਰਨ ਇੰਡੀਆ ਤੋਂ ਸਟੂਡੈਂਟ ਆਉਂਦੇ ਆ ਵੀ ਟ੍ਰੇਡ ਕੈਨੇਡਾ ਦੇ ਵਿੱਚ ਟ੍ਰੇਡ ਦੀ ਬਹੁਤ ਜ਼ਿਆਦਾ ਡਿਮਾਂਡ ਹੈਗੀ। ਮੋਟਰ ਮਕੈਨਿਕ ਦੇ ਵਿੱਚ ਜਾਓ, ਕਾਰਪੈਂਟਰ ਦੇ ਵਿੱਚ ਜਾਓ, ਬਹੁਤ ਜ਼ਿਆਦਾ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਦੀ ਪੇ ਵੀ ਬਹੁਤ ਵਧੀਆ ਹੈਗੀ ਜੀ, 35, 40, 50 ਡਾਲਰ ਤੱਕ ਪੇ ਹੈਗੀ ਆ। ਉਹਦੇ 'ਚ ਤੁਸੀਂ ਆਪਦਾ ਉਹ ਟ੍ਰੇਡ ਦੇ ਵਿੱਚ ਆਓ ਤਾਂ ਤੁਸੀਂ ਇਮੀਗ੍ਰੇਸ਼ਨ ਲੈਣੀ ਤੁਹਾਡੀ ਪ੍ਰੋਬਲਮ ਨਹੀਂ ਰਹਿ ਜਾਂਦੀ ਹੈਗੀ ਕਿਉਂਕਿ ਡਿਮਾਂਡ ਬਹੁਤ ਆ। ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ। ਤੇ ਇਹ ਜਿਹੜਾ ਪ੍ਰੋਗਰਾਮ ਹੈ ਉਹ ਖਾਸ ਕਰਕੇ ਇਮੀਗ੍ਰੇਸ਼ਨ ਨਾਲ ਰਿਲੇਟਡ ਆਪਾਂ ਕਰਦੇ ਹੁੰਦੇ ਆ, ਪਰ ਅੱਜ ਦੀ ਇਸ ਗੱਲਬਾਤ ਦੇ ਵਿੱਚੋਂ ਹੋ ਸਕਦਾ ਕਿ ਤੁਹਾਨੂੰ ਬਹੁਤ ਸਾਰੇ ਨਵੇਂ ਰਾਹ ਜਿਹੜੇ ਉਹ ਲੱਭ ਜਾਣ। ਤੇ ਜਿਹੜੀਆਂ ਕਹਾਣੀਆਂ ਬੜੇ ਚਿਰ ਤੋਂ ਰੁਕੀਆਂ ਸੀ, ਬੜੇ ਚਿਰ ਤੋਂ ਖੜੀਆਂ ਸੀ ਐਂਡ ਆਪਾਂ ਨੂੰ ਇਹ ਲੱਗਦਾ ਸੀ ਵੀ ਰਾਹ ਰਸਤਾ ਨਹੀਂ ਲੱਭ ਰਿਹਾ ਕੋਈ, ਇਹ ਨੰਬਰ ਹੀ ਸਮਝੋ ਬਾਹਰ ਹੋਏ ਪਿਆ ਯਾਰ, ਇਹ ਆਪਣੇ ਬਣਨੇ ਨਹੀਂ ਤੇ ਆਪਣੀ ਇਮੀਗ੍ਰੇਸ਼ਨ ਕਿੱਦਾਂ ਹੋਊਗੀ। ਹੋ ਸਕਦਾ ਕਿ ਆ ਜਿਹੜੀ ਨਵੀਂ ਚੇਂਜ, ਬਿਲਕੁਲ ਲੇਟੈਸਟ ਚੇਂਜ ਦੇ ਉੱਪਰ ਆਪਾਂ ਗੱਲ ਕਰਾਂਗੇ ਅੱਜ, ਉਹ ਹੋ ਸਕਦਾ ਕਿ ਤੁਹਾਡੀ ਜਾਨ ਥੋੜੀ ਜਿਹੀ ਸੌਖੀ ਕਰ ਦੇਵੇ। ਆਪਣੇ ਨਾਲ ਇਸ ਵਕਤ ਹਰਕਿਰਨ ਗਰੇਵਾਲ ਜੀ ਨੇ, ਸਵਾਗਤ ਕਰਦੇ ਹਾਂ। ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ। ਹਾਂਜੀ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਮਾਫੀ ਚਾਹੁੰਦਾ, ਕਾਰਨ ਇਹ ਵੀ ਸਾਰਾ ਦਿਨ ਲੀਡਰਾਂ ਦੇ ਨਾਂ ਲੈ ਕੇ ਅੱਧੇ ਕੁ ਨਾਂ ਉਹੀ ਦਿਮਾਗ 'ਚ ਹੁੰਦੇ। ਅੱਛਾ, ਗੱਲ ਇਹ ਆ, ਪਹਿਲਾਂ ਤਾਂ ਸਿਹਤ ਸੁਣਾਓ ਕਿੱਦਾਂ? ਸਿਹਤ ਬਹੁਤ ਵਧੀਆ ਜੀ, ਬਹੁਤ ਵਧੀਆ, ਚੜ੍ਹਦੀ ਕਲਾ। ਹਾਂਜੀ ਬਹੁਤ ਉਹੀ ਮੈਂ ਕਿਹਾ ਦੂਰੋਂ ਚੱਲ ਕੇ ਆਏ ਨਾ, ਫਿਰ ਵੀ 3 ਘੰਟੇ ਮੈਂ ਪੁੱਛ ਲਈਏ। ਨਹੀਂ ਵਧੀਆ ਜੀ, ਵਧੀਆ। ਅੱਛਾ, ਗੱਲ ਆ ਭਾਜੀ ਕਿ ਜਦੋਂ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਆ ਨਾ, ਪਹਿਲੀ ਗੱਲ ਤਾਂ ਇਹ ਹੋ ਜਾਂਦੀ ਹੈ ਕਿ ਵਿਸ਼ਵਾਸ ਨਹੀਂ ਵੱਜਦਾ ਕਿਸੇ 'ਤੇ। ਬਿਲਕੁਲ। ਤੁਸੀਂ ਚਲੋ ਨਾਂ ਬਣਾਇਆ, ਫਾਰੂਕ ਇਮੀਗ੍ਰੇਸ਼ਨ ਦਾ ਨਾਂ ਆ, ਹੁਣ ਲੋਕ ਯਕੀਨ ਕਰਕੇ ਤੁਹਾਡੇ 'ਤੇ ਆਉਂਦੇ ਆ ਵੀ ਜੇ ਉਹਨਾਂ ਨੇ ਕਹਿਤਾ ਵੀ ਹੋ ਜੂ ਇਹਦਾ ਮਤਲਬ ਹੋ ਜੂ, ਜੇ ਕਹਿਤਾ ਵੀ ਯਾਰ ਨਹੀਂ ਗੱਲ ਬਣਦੀ ਤੇ ਇਹਦਾ ਮਤਲਬ ਨਹੀਂ ਗੱਲ ਬਣਦੀ। ਹੁਣ ਮੈਨੂੰ ਲੱਗਦਾ ਕਿ ਜਿਹੜੀ ਇਸ ਵਕਤ ਜਿਹੜੀ ਲੇਟੈਸਟ ਅਪਡੇਟ ਆ, ਆਪਾਂ ਪਹਿਲਾਂ ਉਹਦੇ ਤੋਂ ਸ਼ੁਰੂਆਤ ਕਰ ਲਈਏ। ਇੱਕ ਤਾਂ ਜਿਹੜਾ ਪੁਆਇੰਟ ਸਿਸਟਮ ਚੱਲਦਾ ਐਕਸਪ੍ਰੈਸ ਐਂਟਰੀ ਦੇ ਵਿੱਚ, ਉਹ ਕਹਿੰਦੇ ਜੇ ਇੰਨੇ ਪੁਆਇੰਟ ਵਾਲੇ ਦੀ ਐਤਕੀ ਫਾਈਲ ਚੁੱਕੀ ਜਾਣੀ ਆ, ਦੂਜਾ ਵਿਚਾਰਾ ਰੋਂਦਾ ਰਹਿੰਦਾ ਵੀ ਯਾਰ ਸਾਡੀ ਤੇ ਵਾਰੀ ਨਹੀਂ ਆਉਣੀ, ਸਾਡੇ ਪੁਆਇੰਟ ਹੀ ਨਹੀਂ ਬਣਦੇ। ਖਾਸ ਕਰਕੇ ਮੈਨੂੰ ਯਾਦ ਆ ਕਿ ਕੋਵਿਡ ਦੇ ਦੌਰਾਨ ਜਦੋਂ ਐਕਸਪ੍ਰੈਸ ਐਂਟਰੀ ਵਾਲਾ ਕੰਮ ਰੁਕ ਗਿਆ ਸੀ ਤੇ ਉਸ ਤੋਂ ਬਾਅਦ ਜਦੋਂ ਇਮੀਡੀਏਟਲੀ ਸ਼ੁਰੂ ਹੋਇਆ, ਜਦੋਂ 500 ਤੋਂ ਵੀ ਪਾਰ ਹੋ ਗਏ ਸੀ ਨੰਬਰ, ਤੇ ਕਈ ਬੰਦੇ ਹੌਕਾ ਲੈ ਗਏ ਸੀ ਵੀ ਯਾਰ ਇਹ ਨੰਬਰ ਕਿੱਥੋਂ ਆ ਗਏ ਤੇ ਸਾਡੇ ਕਿੱਦਾਂ ਪੂਰੇ ਹੋਣਗੇ। ਹਾਂਜੀ, ਇਹ ਉਸ ਤੋਂ ਬਾਅਦ ਮੇਰਾ ਖਿਆਲ ਅਜੇ ਵੀ ਉਹ ਪੌਣੇ 500 ਤੋਂ ਥੱਲੇ ਗੇਮ ਆ ਨਹੀਂ ਰਹੀ। ਐਂਡ ਬਹੁਤ ਸਾਰੇ ਲੋਕ ਨੇ ਜਿਹੜੇ ਵਿਚਾਰੇ ਲਾਈਨਾਂ 'ਚ ਲੱਗੇ ਨੇ ਵੀ ਐਕਸਪ੍ਰੈਸ ਐਂਟਰੀ ਦੇ ਪੁਆਇੰਟ ਘਟਣਗੇ ਕਦੋਂ। ਪਰ ਇਹ ਜਿਹੜੀ ਨਵੀਂ ਅਪਡੇਟ ਆਈ ਆ, ਇਹ ਥੋੜ੍ਹਾ ਜਿਹਾ ਤੁਸੀਂ ਐਕਸਪਲੇਨ ਕਰੋ ਵੀ ਇਹ ਕੀ ਆ, ਤੇ ਇਹਦੇ ਨਾਲ ਹੁਣ ਜਿਨ੍ਹਾਂ ਦੇ ਮੰਨ ਲਓ ਪੁਆਇੰਟ ਨਹੀਂ ਵੀ ਹੈਗੇ ਉਹਨੇ ਬਣਦੇ, ਫਿਰ ਵੀ ਉਹਨਾਂ ਦੀ ਵਾਰੀ ਕਿੱਦਾਂ ਆ ਜਾਣੀ ਹੈ? ਹਾਂਜੀ ਬਿਲਕੁਲ ਜੀ, ਜਿਵੇਂ ਪਹਿਲਾਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਹੈਗਾ ਵੀ ਫਾਰਗੋ ਦਾ ਨਾਮ ਬਣਾਇਆ ਹੈਗਾ ਜਾਂ ਅਸੀਂ ਕੀਤਾ, ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਹੈਗਾ ਵੀ ਅਸੀਂ ਜਿਹੜੇ ਕਲਾਇੰਟ ਰਿਟੇਨ ਕਰਦੇ ਹਾਂ, ਸਾਡੇ ਕਲਾਇੰਟ ਨੂੰ ਰਿਟੇਨ ਕਰਨ ਦੀ ਐਵਰੇਜ 45% ਆ। ਯਾਨੀ ਕਿ ਬਾਕੀਆਂ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਤੁਹਾਡਾ ਨਹੀਂ ਆਉਣਾ ਜਾਂ ਤੁਸੀਂ ਆਹ ਇੰਪਰੂਵ ਕਰ ਲਓ। ਜੇ ਉਹ ਐਵਰੇਜ ਲੈ ਕੇ ਚੱਲਦੇ ਆ, ਸਾਡੀ 45% ਨਿਕਲਦੀ ਹੈਗੀ। ਅਸੀਂ ਹਰ ਕਿਸੇ ਨੂੰ ਨਹੀਂ ਕਹਿੰਦੇ ਹੈਗੇ ਵੀ ਅਸੀਂ ਤੁਹਾਡਾ ਕੰਮ ਕਰ ਸਕਦੇ ਹਾਂ। ਕਲੀਅਰਲੀ ਅਸੀਂ ਜਦੋਂ ਪਹਿਲੀ ਅਸੈਸਮੈਂਟ ਕਰਦੇ ਹਾਂ ਉਹਦੇ ਵਿੱਚ ਦੱਸ ਦਿੰਦੇ ਹਾਂ ਵੀ ਤੁਸੀਂ ਇੰਪਰੂਵ ਕਰੋ ਜਾਂ ਤੁਹਾਡਾ ਹੋ ਸਕਦਾ ਕਿ ਨਹੀਂ ਹੋ ਸਕਦਾ। ਕਿਉਂਕਿ ਦੂਜੀ ਗੱਲ, ਅਸੀਂ ਆਪਦੇ ਸਕਸੈਸ ਰੇਟ 'ਤੇ ਬਹੁਤ ਰੱਖਿਆ ਹੋਇਆ ਹੈਗਾ ਵੀ ਜਿਹੜੀਆਂ ਸਾਡੀਆਂ ਐਪਲੀਕੇਸ਼ਨਸ ਹੋਣ ਉਹਦਾ ਸਕਸੈਸ ਰੇਟ ਕਾਫੀ ਚੰਗਾ ਹੋਵੇ। ਉਹਦੇ ਕਰਕੇ ਬਿਲਕੁਲ ਨਾਮ ਬਣਿਆ ਹੋਇਆ ਜੀ ਅਤੇ ਕੰਮ ਕਰ ਰਹੇ ਹੈਗੇ। ਦੂਸਰੀ ਜਿਹੜੀ ਆਪਾਂ ਕਹਿੰਦੇ ਹਾਂ, ਅੱਜ ਜਿਹੜੀ ਇੱਕ ਬਹੁਤ ਵੱਡੀ ਚੇਂਜ ਆਈ ਹੈਗੀ ਆ ਐਕਸਪ੍ਰੈਸ ਐਂਟਰੀ ਦੇ ਵਿੱਚ ਆ ਰਹੀ ਆ, ਇਹਨੇ ਆਉਂਦੇ ਟਾਈਮ ਦੇ ਵਿੱਚ ਕਾਫੀ ਇੰਪੈਕਟ ਪਾਉਣਾ ਹੈਗਾ ਜੀ। ਐਕਸਪ੍ਰੈਸ ਐਂਟਰੀ ਦੇ ਵਿੱਚ ਆਪਾਂ ਪਹਿਲਾਂ ਵੀ ਸ਼ੋਅ ਕੀਤੇ ਆ, ਉਹਦੇ ਵਿੱਚ ਆਪਾਂ ਦੱਸਿਆ, ਖਾਸ ਕਰਕੇ ਸਟੂਡੈਂਟਸ ਨੂੰ ਦੱਸਿਆ ਸੀਗਾ ਵੀ ਆਉਂਦੇ ਟਾਈਮਸ ਦੇ ਵਿੱਚ ਕਾਫੀ ਚੇਂਜਸ ਆਉਣੀਆਂ ਹੈਗੀਆਂ ਨੇ, ਕਿਉਂਕਿ ਜਿਹੜਾ ਨਵਾਂ ਸਿਸਟਮ ਆ ਰਿਹਾ ਨੌਕ ਤੋਂ ਇਹਨਾਂ ਨੇ ਟੀਅਰ ਸਿਸਟਮ ਦੇ ਵਿੱਚ ਕੀਤਾ ਸੀ, ਉਹਦੇ ਕਰਕੇ ਚੇਂਜਸ ਆਉਣੀਆਂ ਨੇ। ਹੁਣ ਜਿਹੜੀ ਅੱਜ ਸਟੇਟਮੈਂਟ ਆਈ ਆ, ਇਮੀਗ੍ਰੇਸ਼ਨ ਮਿਨਿਸਟਰ ਆ ਉਹਨਾਂ ਦੀ ਸਟੇਟਮੈਂਟ ਆਈ ਆ, ਉਹਨਾਂ ਨੇ ਇਹ ਕਿਹਾ ਹੈਗਾ ਵੀ ਅਸੀਂ ਕੈਟਾਗਰੀ ਵਾਈਜ਼ ਡਰਾ ਕੱਢਿਆ ਕਰਨੇ ਹੈਗੇ ਆ। ਕਿਉਂਕਿ ਇਹਦਾ ਮੇਨ ਫਰਕ ਇਹ ਪੈਣਾ ਹੈਗਾ ਜੀ, ਕੈਨੇਡਾ ਦੇ ਵਿੱਚ ਅੱਗੇ ਆਪਾਂ ਦੇਖਦੇ ਸੀਗੇ, ਕੈਨੇਡਾ ਦੇ ਵਿੱਚ ਜਦੋਂ ਆਪਾਂ ਕਹਿੰਦੇ ਸੀਗੇ ਇੰਜੀਨੀਅਰ
ਆ ਜਾਂਦੇ ਆ, ਡਾਕਟਰ ਆ ਜਾਂਦੇ ਆ, IT ਪ੍ਰੋਫੈਸ਼ਨਲਸ ਆ ਜਾਂਦੇ ਆ। ਤੇ ਕੈਨੇਡਾ ਨਾਲ ਇੱਕ ਅਨਫੋਰਚੂਨਟਲੀ ਕੈਨੇਡਾ ਦੇ ਵਿੱਚ ਇਹ ਸੀ ਬਹੁਤ ਵਧੀਆ ਸਕਿੱਲ ਵਾਲੇ ਬੰਦੇ ਇੱਥੇ ਆ ਜਾਂਦੇ ਸੀ, ਪਰ ਉਹ ਆਪਦੇ ਪ੍ਰੋਫੈਸ਼ਨ 'ਚ ਨਹੀਂ ਜਾ ਸਕਦੇ ਸੀਗੇ। ਆਪਾਂ ਇੱਥੇ ਦੇਖਿਆ ਡਾਕਟਰਸ ਆ ਕੇ ਟਰੱਕ ਚਲਾਉਂਦੇ ਸੀ, ਫਿਰ ਕਿਉਂਕਿ ਇਹਨਾਂ ਦੀਆਂ ਆਪਦੀਆਂ ਜਿਹੜੀਆਂ ਸੀ ਸਟਰੋਂਗ ਬਹੁਤ ਸੀ ਐਸੋਸੀਏਸ਼ਨ ਜਿਹੜੀਆਂ ਕੈਨੇਡਾ ਨੇ ਉਹਦੇ ਵਿੱਚ ਸੀਗੀਆਂ। ਹੁਣ ਉਹ ਚੀਜ਼ ਨੂੰ ਦੇਖਦੇ ਹੋਏ ਇੱਕ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਵੀ ਇੱਥੇ ਜਿਵੇਂ ਆਪਾਂ ਡਰਾ ਸੀਗੇ ਅੱਗੇ 500 ਦਾ ਡਰਾ ਆ ਗਿਆ, 550 ਦਾ ਆ ਗਿਆ, ਉਹਦੇ ਵਿੱਚ ਕਈ ਇੱਦਾਂ ਦੇ ਆਕੂਪੇਸ਼ਨਸ ਵਾਲੇ ਬੰਦੇ ਆ ਜਾਂਦੇ ਸੀਗੇ ਜੀ, ਜਾਂ ਇੱਥੇ ਸੀਗੇ ਵੀ ਜਿਨ੍ਹਾਂ ਦੀਆਂ ਇੱਥੇ ਜੌਬਸ ਦੀ ਕੈਨੇਡਾ ਦੇ ਹਿਸਾਬ ਨਾਲ ਬਾਹਲੀ ਲੋੜ ਨਹੀਂ ਹੁੰਦੀ ਸੀਗੀ, ਪਰ ਉਹ ਪੁਆਇੰਟ ਸਿਸਟਮ ਸੀ ਇਹਨਾਂ ਦਾ, ਇਮੀਗ੍ਰੇਸ਼ਨ ਇੱਕ ਕਾਨੂੰਨ ਆ, ਉਹ ਕਾਨੂੰਨ ਦੇ ਅੰਡਰ ਉਹਨਾਂ ਨੂੰ ਇਨਵੀਟੇਸ਼ਨ ਮਿਲ ਜਾਂਦਾ ਸੀ, ਉਹ ਕੈਨੇਡਾ ਦੇ ਵਿੱਚ ਹੋ ਜਾਂਦੇ ਸੀ। ਪਰ ਆ ਜਿਹੜੀ ਹੁਣ ਨਵੀਂ ਚੇਂਜ ਆਉਣੀ ਹੈ, ਕੈਟਾਗਰੀ ਵਾਲੇ ਡਰਾ ਆਉਣੇ ਆ, ਇਹਦੇ ਵਿੱਚ ਕੈਨੇਡਾ ਨੇ ਦੇਖਣਾ ਹੈਗਾ ਵੀ ਸਾਨੂੰ ਕਿਹੜੇ ਬੰਦਿਆਂ ਦੀ ਲੋੜ ਆ। ਅੱਛਾ ਜੀ। ਹਾਂਜੀ, ਉਹਦੇ ਵਿੱਚ ਇੱਕ ਤਾਂ ਫਰਕ ਪੈਣਾ ਹੈਗਾ ਵੀ ਜਿਹੜੇ ਬੰਦੇ ਆਉਣਗੇ ਉਹਨਾਂ ਨੂੰ ਇੱਥੇ ਦੀ ਜੌਬ ਮਿਲੂਗੀ, ਉਹਨਾਂ ਦੀ ਪਲੇਸਮੈਂਟ ਸੌਖੀ ਹੋਊਗੀ ਕਿਉਂਕਿ ਉਹ ਜੌਬਸ ਵਾਕਈ ਇੱਥੇ ਹੋਣੀਆਂ ਹੈਗੀਆਂ ਨੇ। ਤੇ ਦੂਸਰੀ ਗੱਲ ਇਹ ਆ ਵੀ ਇਹਦੇ ਵਿੱਚ ਅੱਗੇ ਇਹ ਹੁੰਦਾ ਸੀ ਜੇ ਕਿਸੇ ਦੀ ਇੰਗਲਿਸ਼ ਬਹੁਤ ਚੰਗੀ ਹੈਗੀ ਆ ਉਹਨੂੰ ਡਰਾ ਹੋ ਜਾਂਦਾ ਸੀ, ਜਾਂ ਕਿਸੇ ਦੀ ਏਜ ਜਿਹੜੀ 30 ਤੋਂ ਘੱਟ ਆ ਉਹਨਾਂ ਨੂੰ, ਜਿਨ੍ਹਾਂ ਦੀ ਏਜ ਜ਼ਿਆਦਾ ਹੋ ਜਾਂਦੀ ਸੀ ਜਾਂ ਇੰਗਲਿਸ਼ ਲੈਵਲ ਇੰਨਾ ਵਧੀਆ ਨਹੀਂ ਹੁੰਦਾ ਸੀ, ਉਹਨਾਂ ਨੂੰ ਡਰਾ ਦੇ ਵਿੱਚ ਇਨਵੀਟੇਸ਼ਨ ਨਹੀਂ ਮਿਲਦਾ ਸੀ, ਚਾਹੇ ਉਹਨਾਂ ਕੋਲ ਕਿੰਨਾ ਵੀ ਐਕਸਪੀਰੀਅੰਸ ਹੋਵੇ, ਚਾਹੇ ਉਹ ਚੀਜ਼ ਦੀ ਕੈਨੇਡਾ ਦੇ ਵਿੱਚ ਕਿੰਨੀ ਵੀ ਡਿਮਾਂਡ ਹੋਵੇ ਜੀ। ਪਰ ਹੁਣ ਜਿਹੜੀ ਚੇਂਜ ਕੀਤੀ ਹੈ ਇਹਨਾਂ ਨੇ ਕੀਤਾ ਹੈਗਾ, ਇਹਦੇ ਵਿੱਚ ਐਗਜ਼ਾਮਪਲ ਦੇਣਾ ਹੈਗਾ ਜੀ, ਵੀ ਐਗਜ਼ਾਮਪਲ ਦੇ ਵਿੱਚ ਇਹਨਾਂ ਨੇ ਹੁਣ ਐਗਰੀਕਲਚਰ ਵਾਲਿਆਂ ਦੇ ਡਰਾ ਕੱਢਣੇ ਹੈਗੇ ਆ ਜੀ। ਠੀਕ ਆ ਜੀ, ਜੇ ਕਿਸੇ ਨੇ ਐਗਰੀਕਲਚਰ ਦਾ ਕੀਤਾ, ਐਗਰੀਕਲਚਰ ਦੇ ਅੱਗੇ ਆਪਾਂ ਦੇਖਿਆ ਐਗਰੀਕਲਚਰ ਦੇ ਸੁਪਰਵਾਈਜ਼ਰ ਵਗੈਰਾ ਹੁੰਦੇ ਸੀਗੇ, ਉਹ ਇੱਥੇ ਬੰਦੇ ਕੰਮ ਕਰਦੇ ਰਹਿੰਦੇ ਸੀ ਪਰ ਉਹਨਾਂ ਦਾ ਡਰਾ ਦੇ ਵਿੱਚ ਨਾਂ ਨਹੀਂ ਆਉਂਦਾ ਸੀਗਾ। ਹੁਣ ਜਦੋਂ ਇਹਨਾਂ ਨੇ ਇਦਾਂ ਦੇ ਡਰਾ ਕੱਢਣੇ ਆ, ਟਰੱਕ ਡਰਾਈਵਰਸ ਦੇ ਡਰਾ ਕੱਢਣੇ ਆ। ਦੂਸਰੀ ਆ ਕੈਨੇਡਾ ਦੇ ਵਿੱਚ ਹੁਣ ਕੰਸਟਰਕਸ਼ਨ ਜਿਵੇਂ ਬਹੁਤ ਹੁੰਦੀ ਹੈਗੀ ਹੈ ਜੀ, ਕੰਸਟਰਕਸ਼ਨ ਨਾਲ ਟ੍ਰੇਡ ਦੇ ਵਿੱਚ ਇਹਨਾਂ ਨੂੰ ਬੰਦੇ ਨਹੀਂ ਮਿਲਦੇ ਹੈਗੇ ਜੀ, ਟ੍ਰੇਡ ਦੇ ਵਿੱਚ ਆਲਵੇਜ਼ ਇੱਥੇ ਪ੍ਰੋਬਲਮ ਰਹਿੰਦੀ ਹੈਗੀ ਆ। ਹੁਣ ਇਹਨਾਂ ਨੇ ਕਾਰਪੈਂਟਰ ਆ ਜਿਹੜੇ, ਵੈਲਡਰ ਨੇ ਜਿਹੜੇ, ਉਹਨਾਂ ਦੇ ਡਰਾ ਕੱਢਣੇ ਹੈਗੇ ਆ, ਤੇ ਉਹਨਾਂ ਦੇ ਵਿੱਚ ਜਿਹੜੇ ਡਰਾ ਨਿਕਲਣੇ ਹੈਗੇ ਆ ਉਹਨਾਂ ਦੇ ਵਿੱਚ ਪੁਆਇੰਟ ਸਿਸਟਮ ਜਿਵੇਂ ਅੱਗੇ ਆਪਾਂ ਜਾਂਦੇ 500 ਕਰਦਾ ਜਾਂ 485 ਰਹਿੰਦਾ ਹੈਗਾ, ਉਹਨਾਂ ਨਾਲ ਪੁਆਇੰਟ ਜਿਹੜੇ ਆ ਉਹ ਵਾਕਈ ਘਟਣੇ ਹੈਗੇ ਆ ਜੀ। ਤੇ ਇਹ ਚੀਜ਼ ਦਾ ਬਹੁਤ ਵੱਡਾ ਫਰਕ ਪੈਣਾ ਹੈਗਾ। ਇਸ ਤੋਂ ਬਿਨਾਂ ਜਿਹੜੇ ਹੈਗੇ ਆ ਹੁਣ ਇਹਨਾਂ ਨੇ ਕਈ ਹੈਲਥ ਸੈਕਟਰ ਨੂੰ ਬਹੁਤ ਵੱਡਾ ਫੋਕਸ ਕੀਤਾ ਹੈਗਾ ਜੀ। ਹੈਲਥ ਸੈਕਟਰ ਦੇ ਵਿੱਚ ਨਰਸਿਸ, ਜਿਹੜੇ ਡਾਈਟੀਸ਼ੀਅਨ ਆ ਉਹ ਸਾਰੇ ਇਨਕਲੂਡ ਕੀਤੇ ਹੈਗੇ ਆ, ਕਿਉਂਕਿ ਆਪਾਂ ਜਦੋਂ ਕੋਵਿਡ ਤੋਂ ਬਾਅਦ ਜਿਵੇਂ ਆਪਾਂ ਗੱਲ ਕੀਤੀ ਹੈ, ਕੋਵਿਡ ਦੇ ਵਿੱਚ ਹਰ ਵਰਡ ਦੇ ਵਿੱਚ ਕਿਤੇ ਪਤਾ ਲੱਗ ਗਿਆ ਹੈਗਾ ਵੀ ਹੈਲਥ ਸੈਕਟਰ ਕਿੰਨਾ ਇੰਪੋਰਟੈਂਟ ਹੈਗਾ। ਤੇ ਇਹਦੇ ਵਿੱਚ ਆਮ ਤੌਰ ਤੇ ਕਾਫੀ ਸ਼ਾਰਟੇਜ ਰਹਿੰਦੀ ਹੈਗੀ ਆ ਜੀ, ਉਹਦੇ ਕਰਕੇ ਇਹਨਾਂ ਨੇ ਹੈਲਥ ਨਾਲ ਰਿਲੇਟਡ ਜਿਹੜੇ ਹੈਗੇ ਆ ਬੰਦੇ ਉਹਨਾਂ ਨੂੰ ਕਰਨਾ ਹੈਗਾ ਜੀ। ਫਿਰ ਇਹਦੇ ਵਿੱਚ ਇੰਜੀਨੀਅਰਸ ਨੇ, ਇੰਜੀਨੀਅਰਸ ਨੂੰ ਇਹਨਾਂ ਨੇ ਕੀਤਾ ਗਿਆ ਹੈਗਾ ਜੀ। ਇੱਦਾਂ ਦੀਆਂ ਇਹਨਾਂ ਨੇ 6 ਕੈਟਾਗਰੀ ਬਣਾਈਆਂ ਹੈਗੀਆਂ ਜੀ, ਉਹਨਾਂ ਦੇ ਬੇਸਿਸ ਤੇ ਜਿਹੜੇ ਹੈਗੇ ਆ ਡਰਾ ਕਰਨੇ ਹੈਗੇ ਆ। ਇਹਦੇ ਵਿੱਚ ਇੱਕ ਹੋਰ ਜਿਹੜੀ ਮੇਨ ਗੱਲ ਕੀਤੀ ਹੈਗੀ ਆ ਉਹ ਇਹਦੇ ਵਿੱਚ ਹੈਗਾ ਵੀ ਫਰੈਂਚ ਨੂੰ, ਜੇ ਤੁਹਾਡੀ ਫਰੈਂਚ ਸਕਿੱਲਸ ਹੈਗੀਆਂ ਨੇ ਚੰਗੀਆਂ, ਉਹਨਾਂ ਨੂੰ ਵੀ ਕਾਫੀ ਇਹਨਾਂ ਨੇ ਇੰਪੋਰਟੈਂਸ ਦਿੱਤੀ ਹੈਗੀ ਆ ਜੀ। ਉਹਦੇ ਬੇਸਿਸ ਤੇ ਡਰਾ ਦੇ ਵਿੱਚ ਕਾਫੀ ਚਾਂਸਸ ਆ ਵੀ ਤੁਸੀਂ ਇਮੀਗ੍ਰੇਸ਼ਨ ਲੈ ਸਕੋਗੇ। ਮਤਲਬ ਇਹ ਹੋ ਗਿਆ ਕਿ ਵੀ ਜੇ ਅੱਗੇ ਬੰਦਾ ਉਸ ਪੂਲ ਦੇ ਵਿੱਚ ਆ ਗਿਆ, ਉਹਦੀ ਪੜ੍ਹਾਈ ਕਰਕੇ, ਐਕਸਪੀਰੀਅੰਸ ਕਰਕੇ, ABCD ਕਾਰਨਾਂ ਕਰਕੇ ਉਹਦੇ ਪੁਆਇੰਟਸ ਬਣਦੇ ਮੰਨ ਲਓ 500, ਹੁਣ ਉਹਦੇ ਚਾਂਸਿਸ ਅੱਗੇ ਪੂਰੇ ਸੀ, ਪਰ ਹੁਣ ਉਹਦੇ ਵਿੱਚ ਇੱਕ ਛਾਣਨੀ ਲੱਗ ਗਈ ਬਿਲਕੁਲ। ਉਹ ਹੋ ਸਕਦਾ ਕਿ 500 ਵਾਲੇ ਦੀ ਫਾਈਲ ਉੱਥੇ ਪਈ ਰਹਿ ਜਾਵੇ ਤੇ 450 ਵਾਲੇ ਦਾ ਦਾ ਲੱਗ ਜੇ ਬਿਲਕੁਲ ਜੀ। 425 ਵਾਲੇ ਦਾ, 400 ਵਾਲੇ ਦਾ ਵੀ ਦਾ ਲੱਗ ਜਾਂਦਾ, 400 ਵਾਲੇ ਦਾ ਵੀ ਦਾ ਲੱਗ ਸਕਦਾ। ਸੋ ਇਹ ਇੱਕ ਨਵੀਂ ਗੱਲ ਇੱਕ ਕਰਾਂ, ਮੈਂ ਫਿਰ ਤੋਂ ਰਿਪੀਟ ਕਰਦਾ ਤੁਹਾਨੂੰ ਕਿ ਹੁਣ ਤੱਕ ਆਪਾਂ ਇਸੇ ਚੀਜ਼ ਨੂੰ ਰੋਂਦੇ ਫਿਰਦੇ ਸੀ ਕਿ ਜਿਹੜਾ ਪੁਆਇੰਟ ਸਿਸਟਮ ਹੈ ਜੀ, ਉਹ ਪਤਾ ਨਹੀਂ ਵੀ ਕਿਵੇਂ ਪੁਆਇੰਟ ਬਣਦੇ ਨੇ। ਉਹ 500 ਤੋਂ ਵੀ ਪਲੱਸ ਪੁਆਇੰਟ ਜਿੱਦਣ ਬਣੇ ਸੀ ਉਦੋਂ ਬੜੇ ਲੋਕਾਂ ਦਾ ਹੌਕਾ ਨਿਕਲਿਆ ਸੀ ਵੀ ਯਾਰ ਇਹ ਕਿਹੜੇ ਲੋਕ ਨੇ ਤੇ ਕਿਹੜੇ ਹਿਸਾਬ ਨਾਲ ਇਹਨਾਂ ਦੇ ਪੁਆਇੰਟ ਬਣਦੇ ਆ, ਤੇ ਜੇ ਇਸ ਪੁਆਇੰਟ ਸਿਸਟਮ ਦੇ ਹਿਸਾਬ ਨਾਲ ਲੋਕ ਆਪਣੀ ਫਾਈਲ ਦੇਖਦੇ ਰਹੇ, ਉਹਨੂੰ ਮੀਟ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਤੇ ਵਾਰੀ ਕਿਸੇ ਦੀ ਆਉਣੀ ਨਹੀਂ। ਪਰ ਹੁਣ ਜਿੱਦਾਂ ਅੱਜ ਇਹ ਅਪਡੇਟ ਹੋਈ ਹੈ ਐਂਡ ਆਪਾਂ ਨੂੰ ਗਰੇਵਾਲ ਸਾਹਿਬ ਦੱਸ ਰਹੇ ਨੇ ਇਸ ਵਕਤ ਕਿ ਵੀ ਇਹ ਜਿਹੜੀ ਚੀਜ਼ ਚੇਂਜ ਕੀਤੀ ਹੈ, ਇਹਦੇ ਨਾਲ ਹੋ ਸਕਦਾ ਹੈ ਕਿ ਵੀ ਪੁਆਇੰਟ ਸਿਸਟਮ ਕਿਸੇ ਦੇ ਵੱਧ ਹੋਣ, ਪਰ ਉਹਦੀ ਜੇ ਉਹਨਾਂ ਨੂੰ ਲੋੜ ਨਹੀਂ ਹੈ ਤੇ ਉਹਦੀ ਫਾਈਲ ਨਹੀਂ ਚੁੱਕੀ ਜਾਣੀ। ਇੱਕ ਗੱਲ ਹੋਰ ਸਮਝਾਇਓ ਕਿ ਇਹ ਜਦੋਂ ਮੰਨ ਲਓ ਕਿ ਵੀ ਲੋੜ ਦੇ ਵਿੱਚ ਬੰਦਾ ਫਿੱਟ ਹੋ ਗਿਆ, ਤਾਂ ਉਹ ਜ਼ਰੂਰੀ ਆ ਕਿ ਵੀ ਉਹ ਕੈਨੇਡਾ 'ਚ ਹੋਵੇ ਜਾਂ ਕੈਨੇਡਾ ਤੋਂ ਬਾਹਰ ਵਾਲੇ ਨੂੰ ਵੀ ਇਸੇ ਹੀ ਕੈਟਾਗਰੀ ਦੇ ਨਾਲ ਡੀਲ ਕੀਤਾ ਜਾਊਗਾ? ਬਿਲਕੁਲ ਜੀ, ਇਹਦੇ 'ਚ ਮੈਟਰ ਨਹੀਂ ਕਰਦਾ ਵੀ ਤੁਹਾਡਾ ਐਕਸਪੀਰੀਅੰਸ ਕੈਨੇਡਾ 'ਚ ਜਾਂ ਬਾਹਰ ਆ। ਅੱਛਾ ਜੀ। ਜੇ ਤੁਹਾਡਾ ਉਹ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਉਹ ਕੈਟਾਗਰੀ ਦੇ ਵਿੱਚ ਜਿਹੜਾ ਐਲੀਜੀਬਲ ਕਰੋਗੇ। ਇਹਦੇ ਵਿੱਚ ਇੰਗਲਿਸ਼ ਦਾ ਲੈਵਲ ਆ ਜਿਹੜਾ ਤੁਸੀਂ 6 ਰੱਖਿਆ ਹੋਇਆ ਹੈਗਾ ਮੇਨਲੀ, ਉਹ ਤੁਸੀਂ ਮੀਟ ਕਰਨਾ ਹੈਗਾ। ਬਾਕੀ ਤੁਹਾਡਾ ਐਕਸਪੀਰੀਅੰਸ ਮੈਟਰ ਨਹੀਂ ਕਰਦਾ ਹੈਗਾ। ਤਾਂ ਹੀ ਕਰਕੇ ਇਹਨਾਂ ਨੇ ਇਹ ਡਰਾ ਕੱਢੇ ਆ। ਇਹਦੇ ਵਿੱਚ ਬਹੁਤ ਵਧੀਆ ਮੌਕਾ ਮਿਲਣਾ ਹੈਗਾ ਲੋਕਾਂ ਨੂੰ ਜਿਨ੍ਹਾਂ ਦਾ ਬਾਹਰ ਦਾ ਐਕਸਪੀਰੀਅੰਸ ਆ, ਉਹ ਇਹਦੇ ਵਿੱਚ ਆ ਸਕਣਗੇ ਜੀ। ਐਕਸਪੀਰੀਅੰਸ ਕਿੰਨਾ ਮਿਨੀਮਮ? ਮਿਨੀਮਮ ਇਹਨਾਂ ਨੇ ਹੁਣ ਇਹ ਕੀਤਾ ਹੈ ਰੀਸੈਂਟਲੀ, ਆਮ ਤੌਰ ਤੇ ਐਕਸਪ੍ਰੈਸ ਐਂਟਰੀ ਦਾ 1 ਸਾਲ ਦਾ ਐਕਸਪੀਰੀਅੰਸ ਹੁੰਦਾ ਸੀਗਾ ਜੀ। ਪਰ ਇਹ ਜਿਹੜੇ 9 ਕੱਢਣਗੇ ਕਿਉਂਕਿ ਇਹਨਾਂ ਨੂੰ ਬੰਦਿਆਂ ਦੀ ਡਿਮਾਂਡ ਆ, ਡਰਾ ਕਾਫੀ ਨੇ। ਇਹਨਾਂ ਨੇ ਪਿਛਲੇ 3 ਸਾਲਾਂ ਦੇ
ਦੇ ਵਿੱਚ ਜੇ ਤੁਹਾਡਾ 6 ਮਹੀਨੇ ਦਾ ਐਕਸਪੀਰੀਅੰਸ ਆ ਤਾਂ ਵੀ ਤੁਸੀਂ ਇਸ ਪ੍ਰੋਗਰਾਮ ਵਿੱਚ ਕੁਆਲੀਫਾਈ ਕਰ ਸਕੋਗੇ। ਇੱਕ ਗੱਲ ਹੋਰ ਦੱਸਿਓ, ਹੁਣ ਜੇ ਮੰਨ ਲਓ ਕਿਸੇ ਦੀ ਫਾਈਲ ਆਲਰੇਡੀ ਲੱਗੀ ਹੈ, ਉਹਨੇ ਆਪਣੀ ਫਾਈਲ ਜੋ ਵੀ ਉਹਦਾ ਕ੍ਰਾਈਟੇਰੀਆ ਸੀਗਾ ਉਹਦੇ ਹਿਸਾਬ ਨਾਲ ਉਹ ਪੂਲ 'ਚ ਬੈਠਾ, ਉਹਦਾ ਵੀ ਦਾਅ ਲੱਗ ਸਕਦਾ ਜਾਂ ਫਿਰ ਉਹਨੂੰ ਨਵੇਂ ਸਿਰੇ ਤੋਂ ਕੁਛ ਨਾ ਕੁਛ ਇੱਕ ਵਾਰ ਦੁਬਾਰਾ ਕੁਛ ਚੇਂਜਿਸ ਕਰਕੇ ਦੁਬਾਰਾ ਲੱਗਣਾ ਪਊਗਾ ਲਾਈਨ 'ਚ? ਨਹੀਂ, ਬਿਲਕੁਲ ਜੀ, ਤੁਹਾਨੂੰ ਕੋਈ ਚੇਂਜ ਕਰਨ ਦੀ ਲੋੜ ਨਹੀਂ ਹੈਗੀ ਜੀ। ਜੇ ਤੁਹਾਡੀ ਜਿਹੜੀ ਫਾਈਲ ਹੈ ਨੌਕ ਕੋਡ ਦੇ ਵਿੱਚ ਲੱਗੀ ਹੈਗੀ ਆ ਤਾਂ ਤੁਸੀਂ ਤੁਹਾਨੂੰ ਆਪਣੇ ਆਪ ਹੀ ਅਗਲਾ ਇਨਵੀਟੇਸ਼ਨ ਇਹਦੇ ਵਿੱਚ ਆ ਜਾਣਾ ਹੈਗਾ, ਕਿਉਂਕਿ ਇਹਦਾ ਜਿਹੜਾ ਪੈਟਰਨ ਆਪਾਂ ਨੂੰ ਪਤਾ ਲੱਗੂਗਾ, 1-2 ਡਰਾ ਆਉਣ ਤੋਂ ਬਾਅਦ ਪਤਾ ਲੱਗੂਗਾ ਵੀ ਕਿੰਨਾ ਆਉਂਦਾ ਹੈਗਾ। ਪਰ ਇਹਦੇ ਵਿੱਚ ਆਮ ਆ ਵੀ ਤੁਹਾਨੂੰ ਕੋਈ ਚੇਂਜ ਕਰਨ ਦੀ, ਜੇ ਤੁਹਾਡਾ ਇਹ ਨੌਕ ਕੋਡ ਇਹਨਾਂ ਨੇ ਬਹੁਤ ਟਰਾਂਸਪੇਰੈਂਟ ਕੀਤਾ ਜੀ। ਇਹਨਾਂ ਨੇ ਕੈਨੇਡੀਅਨ ਗਵਰਨਮੈਂਟ ਨੇ ਸਾਰੇ ਨੌਕ ਕੋਡ ਜਾਂ ਆਪਾਂ ਟੀਅਰ ਕੋਡ ਉਹਦੇ ਤੇ ਦੱਸੇ ਹੋਏ ਆ ਵੀ ਅਸੀਂ ਕਿਹੜੇ ਡਰਾ ਕੱਢਣੇ ਆ। ਓਕੇ, ਉਹ ਇਹਨਾਂ ਦੀ ਅਸੀਂ ਵੀ ਆਪਦੀ ਵੈਬਸਾਈਟ ਤੇ ਵੀ ਪਾਵਾਂਗੇ ਤੇ ਬਾਕੀ ਜੇ ਤੁਸੀਂ ਦੇਖਣਾ ਚਾਹੁੰਦੇ ਤੁਸੀਂ ਇਹਨਾਂ ਦੀ CIC ਵਾਲਿਆਂ ਦੀ ਵੈਬਸਾਈਟ ਤੇ ਸਾਰੇ ਦੇਖ ਸਕਦੇ ਹੋ ਵੀ ਕਿਹੜੇ ਨੌਕ ਕੋਡ ਆ। ਉਹਦੇ ਤੋਂ ਤੁਸੀਂ ਦੇਖ ਸਕਦੇ ਹੋ ਵੀ ਤੁਸੀਂ ਕੁਆਲੀਫਾਈ ਕਰਦੇ ਹੋ, ਤੁਹਾਡਾ ਜਿਹੜਾ ਨੌਕ ਕੋਡ ਹੈਗਾ ਕੀ ਉਹਦੇ ਵਿੱਚ ਬਣਿਆ ਹੋਇਆ ਹੈਗਾ ਵੀ ਆਲਰੇਡੀ ਤੁਹਾਡੀ ਪ੍ਰੋਫਾਈਲ ਦੇ ਵਿੱਚ ਉਹ ਨੌਕ ਕੋਡ ਹੈਗਾ। ਤੇ ਇਹਦੇ ਵਿੱਚ ਜਿਹੜੀ ਇੱਕ ਹੋਰ ਬਹੁਤ ਵੱਡੀ ਚੇਂਜ ਆਉਣੀ ਹੈ ਜੀ, ਉਹ ਖਾਸ ਕਰਕੇ ਸਟੂਡੈਂਟਸ ਲਈ ਹੈ। ਤੇ ਸਟੂਡੈਂਟਸ ਲਈ ਹੁਣ ਜਿਨ੍ਹਾਂ ਨੇ ਸਟੂਡੈਂਟਸ ਨੇ ਇੰਡੀਆ ਤੋਂ ਆਉਣਾ ਹੈਗਾ ਜਾਂ ਇੱਥੇ ਕਰ ਰਹੇ ਹੈਗੇ ਆ, ਉਹਨਾਂ ਨੂੰ ਆਪਦਾ ਐਕਸਪੀਰੀਅੰਸ ਦੇਖਣਾ ਪੈਣਾ ਹੈਗਾ ਜੀ। ਆਮ ਤੌਰ ਤੇ ਮੈਂ ਸਟੂਡੈਂਟਸ ਨੂੰ ਕਹਿਣਾ ਖਾਸ ਕਰਕੇ ਆਪਣੇ ਜਿਹੜੇ ਨਾਰਥਰਨ ਇੰਡੀਆ ਤੋਂ ਸਟੂਡੈਂਟ ਆਉਂਦੇ ਆ ਵੀ ਟ੍ਰੇਡ ਕੈਨੇਡਾ ਦੇ ਵਿੱਚ ਟ੍ਰੇਡ ਦੀ ਬਹੁਤ ਜ਼ਿਆਦਾ ਡਿਮਾਂਡ ਹੈਗੀ। ਜਿਹੜੇ ਆਪਣੇ ਉੱਥੋਂ ਇੰਡੀਆ ਤੋਂ ਆਉਂਦੇ ਹੈਗੇ ਆ ਉਹਨਾਂ ਵਾਸਤੇ ਸਟੂਡੈਂਟਸ ਖਾਸ ਕਰਕੇ ਜਿਹੜੇ ਹੈਗੇ ਆ, ਉਹ ਤੁਸੀਂ ਟ੍ਰੇਡ ਦੇ ਵਿੱਚ ਜਾਓ, ਮੋਟਰ ਮਕੈਨਿਕ ਦੇ ਵਿੱਚ ਜਾਓ, ਕਾਰਪੈਂਟਰ ਦੇ ਵਿੱਚ ਜਾਓ, ਬਹੁਤ ਜ਼ਿਆਦਾ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਦੀ ਪੇ ਵੀ ਬਹੁਤ ਵਧੀਆ ਹੈਗਾ ਜੀ। 35, 40, 50 $50 ਤੱਕ ਪੇ ਹੈਗੀ ਆ। ਉਹਦੇ 'ਚ ਤੁਸੀਂ ਆਪਦਾ ਉਹ ਟ੍ਰੇਡ ਦੇ ਵਿੱਚ ਆਓ ਤਾਂ ਤੁਸੀਂ ਇਮੀਗ੍ਰੇਸ਼ਨ ਲੈਣੀ ਤੁਹਾਡੀ ਪ੍ਰੋਬਲਮ ਨਹੀਂ ਰਹਿ ਜਾਂਦੀ ਹੈਗੀ, ਕਿਉਂਕਿ ਡਿਮਾਂਡ ਬਹੁਤ ਆ। ਕਿਉਂਕਿ ਜੇ ਤੁਸੀਂ ਕੈਨੇਡਾ ਦੇ ਹਿਸਾਬ ਨਾਲ ਤਿਆਰ ਕਰਕੇ ਆਉਨੇ ਹੋ ਤਾਂ ਫਿਰ ਤੁਹਾਨੂੰ ਜੌਬ ਦੇ ਪਿੱਛੇ ਭੱਜਣਾ ਨਹੀਂ ਪੈਂਦਾ ਹੈਗਾ। ਜੇ ਆਪਾਂ ਸੋਚਦੇ ਹਾਂ ਵੀ ਸੌਖਾ ਪ੍ਰੋਗਰਾਮ ਲੈ ਕੇ ਆ ਕਰੀਏ, ਉਹ ਟਰੈਕ ਜਿਹੜਾ ਹੈਗਾ ਉਹ ਲੰਬਾ ਹੋ ਜਾਂਦਾ ਹੈਗਾ ਇਮੀਗ੍ਰੇਸ਼ਨ ਲੈਣ ਵਾਸਤੇ ਤੇ ਜੌਬ ਵਾਸਤੇ ਵੀ ਹਾਰਡਸ਼ਿਪ ਹੁੰਦੀ ਹੈਗੀ ਹੈ। ਬਿਲਕੁਲ ਸਹੀ। ਸੋ ਕਹਿਣ ਤੋਂ ਭਾਵ ਇਹ ਹੋ ਗਿਆ ਕਿ ਜੇ ਹੁਣ ਤੁਸੀਂ ਕੈਨੇਡਾ 'ਚ ਹੋ ਤਾਂ ਵੀ, ਜੇ ਕੈਨੇਡਾ ਤੋਂ ਬਾਹਰ ਹੋ ਤਾਂ ਵੀ ਇਹ ਜਿਹੜਾ ਐਕਸਪ੍ਰੈਸ ਐਂਟਰੀ ਦਾ ਪੁਆਇੰਟ ਸਿਸਟਮ ਸੀਗਾ ਉਹਦੇ ਵਿੱਚ ਹੋ ਸਕਦਾ ਕਿ ਤੁਹਾਨੂੰ ਪਹਿਲ ਮਿਲ ਜਾਵੇ। ਕਾਰਨ ਇਹ ਹੈ ਕਿ ਹੁਣ ਨਿਰਾ ਪੂਰਾ ਪੁਆਇੰਟਸ ਨਹੀਂ ਦੇਖੇ ਜਾਣਗੇ, ਇਹ ਦੇਖਿਆ ਜਾਊਗਾ ਕਿ ਕਿਸ ਟ੍ਰੇਡ ਦੀ, ਕਿਸ ਬੰਦੇ ਦੀ ਜਾਂ ਕਿਸ ਆਕੂਪੇਸ਼ਨ ਦੀ ਸਾਨੂੰ ਲੋੜ ਆ ਤੇ ਉਹਦੇ ਹਿਸਾਬ ਨਾਲ ਜਿਹੜਾ ਹੈ ਉਹਦੇ ਵਿੱਚ ਕੰਮ ਬਣ ਸਕਦਾ। ਇੱਕ ਚੀਜ਼ ਹੋਰ ਦੱਸਿਓ, ਤੁਸੀਂ ਕੁਦਰਤੀ ਆਏ ਹੋ, LMIA ਇੱਕ ਸ਼ਬਦ ਇੱਕ ਐਸਾ ਬਣ ਗਿਆ ਮੇਰਾ ਖਿਆਲ ਵੀ ਹੁਣ ਤਾਂ ਹੋ ਸਕਦਾ ਵੀ ਜਿਹੜੇ ਘਰਾਂ ਵਾਲੇ ਬਜ਼ੁਰਗ ਆ ਉਹਨਾਂ ਨੂੰ ਪਤਾ ਹੈ ਨਾ। ਉਹ ਪਹਿਲਾਂ ਮਾਈਆਂ ਨੂੰ ਪਤਾ ਲੱਗਿਆ ਸੀ, ਉਹ ਕਹਿੰਦੇ ਹਾਂ ਪੁੱਤ ਉਹ ਨਾ ਅੰਗਰੇਜ਼ੀ ਦੇ ਬੈਂਡ ਬੂੰਡ ਜੇ ਲੈਣੇ ਆ ਤੇ ਫਿਰ ਮੁੰਡੇ ਚਲੇ ਜਾਣਾ ਹੈ ਨਾ। ਜੇ ਕੋਈ ਉੱਧਰ ਚਲੇ ਜਾਵੇ, ਮੰਨ ਲਓ ਕੈਨੇਡਾ ਆ ਗਿਆ, ਫਿਰ ਆਣਾ ਉਹ ਨਾ ਹੁਣ ਕੋਈ LMIA ਕੋ ਲੈਣਾ ਤੇ ਫਿਰ ਗੱਲ ਬਣਨੀ। ਇਹ ਜਿਹੜਾ LMIA ਸੀਗਾ, ਥੋੜ੍ਹਾ ਜਿਹਾ ਮੈਨੂੰ ਲੱਗਦਾ ਕਿ ਤੁਸੀਂ ਇਹਦੀ ਬੈਕਗਰਾਊਂਡ ਵੀ ਸਮਝਾ ਦਿਓ ਕਿ ਸਰਕਾਰ ਨੇ ਇਹ ਜਿਹੜੀ ਫੈਸਿਲਿਟੀ ਆ ਜਾਂ ਇਹ LMIA ਆ ਇਹ ਲਿਆਂਦਾ ਕਿਉਂ ਸੀ ਤੇ ਇਸ ਵਕਤ ਜਿਸ ਖਲਜਗਣ 'ਚ ਫਸ ਗਿਆ ਜਾਂ ਆਪਣੇ ਵਾਲੀ ਕਮਿਊਨਿਟੀ ਵੀ ਫਸ ਗਈ ਹੈ ਜਾਂ ਜਿਹੜਾ ਬੰਦੇ ਨੇ ਇਮੀਗ੍ਰੇਸ਼ਨ ਲੈਣੀ ਉਹ ਵੀ ਫਸਿਆ ਖੜਾ, ਇਹ ਨਿਕਲ ਵੀ ਸਕੂਗਾ ਇਹਦੇ 'ਚੋਂ? LMIA ਜਿਹੜਾ ਐਕਚੁਅਲੀ ਕੀ ਸੀ, ਇੱਕ ਫੈਸਿਲਿਟੀ ਦਿੱਤੀ ਸੀ ਕੈਨੇਡੀਅਨ ਗੌਰਮੈਂਟ ਨੇ ਕੈਨੇਡੀਅਨ EMPLOYERS ਨੂੰ, ਕਿਉਂਕਿ ਇਹ ਜ਼ਿਆਦਾਤਰ ਜਿਹੜਾ ਸੀਗਾ ਜਦੋਂ ਆਇਆ ਇਹ 2007-8 ਤੋਂ ਵਿੱਚੋਂ ਸਟਾਰਟ ਹੋਏ ਸੀਗੇ ਜੀ। ਇਹ ਪ੍ਰੋਸੈਸ ਸੀ ਵੀ ਜਦੋਂ ਕੈਨੇਡੀਅਨ EMPLOYER ਨੂੰ ਕੋਈ ਬੰਦੇ ਨਹੀਂ ਮਿਲਦੇ ਹੈਗੇ ਜਿਹਦੇ ਬੇਸਿਸ ਤੇ ਵੀ ਉਹ ਕੈਨੇਡਾ ਦੇ ਵਿੱਚ ਕੋਈ ਫੋਰਨ ਵਰਕਰ ਨੂੰ ਸੱਦ ਸਕਦਾ ਤੇ ਆਪਦਾ ਕੰਮ ਕਰਾ ਸਕਦਾ, ਜਾਂ ਕੋਈ ਉੱਦਾਂ ਦੇ ਕੰਮ ਜਿਹੜੇ ਕਿ ਕੈਨੇਡੀਅਨ ਨਹੀਂ ਕਰਨਾ ਚਾਹੁੰਦੇ ਹੈਗੇ, ਉਹਦੇ ਵਾਸਤੇ ਸੀਗੇ। ਇਹ ਪਹਿਲਾਂ ਸੀਗਾ ਇਹਨੂੰ LMO ਕਹਿੰਦੇ ਸੀਗੇ, ਹੁਣ LMIA ਕਹਿ ਦਿੰਦੇ ਆ, ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ। ਵੀ ਇਹਦਾ ਮਤਲਬ ਹੈਗਾ ਵੀ ਕੈਨੇਡੀਅਨ ਵੀ ਇੱਕ ਇਹ ਜਿਹੜੇ LMIA ਹੈਗੀ ਆ ਇਹ ਡਿਫਰੈਂਟ ਡਿਪਾਰਟਮੈਂਟ ਆ। ਇਮੀਗ੍ਰੇਸ਼ਨ ਨਹੀਂ ਦਿੰਦਾ, ਸਰਵਿਸ ਕੈਨੇਡਾ ਹੈਗਾ ਉਹਦੇ ਤੋਂ EMPLOYER ਆਪਦਾ ਅਪਰੂਵ ਕਰਵਾਉਂਦਾ ਹੈਗਾ ਜੀ। ਉਹਦੇ ਤੋਂ ਅਪਰੂਵ ਕਰਵਾ ਕੇ ਫਿਰ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ LMIA ਫਿਰ ਬੰਦੇ ਦਾ ਵਰਕ ਪਰਮਿਟ ਲੱਗਦਾ ਹੈਗਾ ਜੀ, ਜਿਹੜੇ ਇੰਡੀਵਿਜੂਅਲ ਨੇ ਆਉਣਾ। ਹੁਣ LMIA ਜਿਹੜਾ ਹੈਗਾ, LMIA ਹੁਣ ਰੈਦਰ ਦੈਨ ਜੋ ਕੁਛ ਹੁਣ ਜਿਹੜੇ ਸਿਨੈਰੀਓ ਦੇ ਵਿੱਚ ਚੱਲ ਰਿਹਾ ਹੈਗਾ, LMIA ਇੱਕ ਕਨਵੀਨੀਅੰਸ ਬਣਾ ਦਿੱਤੀ ਹੈ ਵੀ ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਵਾਸਤੇ। ਰੈਦਰ ਦੈਨ ਕੋਈ ਕਿਸੇ EMPLOYER ਨੂੰ ਵੀ ਹੈ ਵੀ ਜੌਬ ਨਾਲੋਂ ਫੈਸਿਲਿਟੀ ਤਾਂ ਦਿੱਤੀ ਸੀ ਵੀ EMPLOYER ਨੂੰ ਬੰਦਿਆਂ ਦੀ ਘਾਟ ਹੈਗੀ ਆ ਵੀ ਉਹ ਕਰਕੇ ਆਪਦਾ ਚਲਾਉਣ ਤੇ ਕੈਨੇਡਾ ਦੀ ਇਕਨੋਮੀ ਦੇ ਵਿੱਚ ਉਹ ਜਿਹੜਾ ਹੈਗਾ ਜਨਰੇਟ ਕਰਨ ਤੇ ਇਹਦੇ ਵਿੱਚ ਜਿਹੜੀ ਹੈਗੀ ਆ ਸਸਟੇਨ ਰੱਖਣ। ਪਰ ਹੁਣ LMIA ਜਿਹੜੀ ਹੈਗੀ ਆ, LMIA ਇਹ ਹੋ ਗਿਆ ਹੈਗਾ ਪ੍ਰੋਵੀਜ਼ਨ ਕਨਵੀਨੀਅੰਸ ਆਫ ਇਮੀਗ੍ਰੇਸ਼ਨ ਬਣ ਗਿਆ ਕਾਫੀ ਹੱਦ ਤੱਕ। ਇਹ ਕਾਫੀ ਇਹਦੇ ਵਿੱਚ ਕਰਦੇ ਹੈਗੇ ਆ ਵੀ ਹਾਂਜੀ ਅਸੀਂ ਤੁਹਾਨੂੰ LMIA ਲੈ ਕੇ ਆ ਕਰ ਦਿੰਦੇ ਆ। ਇਹਦੇ ਵਿੱਚ ਹੁਣ ਮੈਂ ਇਹਦੇ 'ਚ ਕਲੀਅਰ ਦੱਸਦਾ, ਇੱਦਾਂ ਵੀ ਹੋਇਆ ਹੈਗਾ ਜੀ LMIA
ਬਹੁਤ ਇੰਡਸਟਰੀ ਕਿਉਂਕਿ ਇੰਨੀ ਮਾੜੀ ਹੋ ਚੁੱਕੀ ਹੈ, ਨਕਲੀ LMIs ਵਿਕੀਆਂ। ਨਕਲੀ LMI ਇੰਡੀਆ ਇੱਕ EMPLOYERS ਨੂੰ ਵੀ ਨਹੀਂ ਪਤਾ ਹੁੰਦਾ। ਕੋਈ EMPLOYER ਨੇ ਕਿਸੇ ਨੂੰ ਕਹਿਤਾ ਵੀ ਮੇਰੀਆਂ 2 LMIs ਮੈਨੂੰ ਚਾਹੀਦਾ, 2 ਅਪਰੂਵ ਕਰ ਦਿਓ, 6 LMIs ਨਿਕਲਦੀਆਂ ਨੇ। 6 ਦੇ ਵਿੱਚੋਂ ਉਹਦੀਆਂ 8 10 12 ਕਾਪੀਆਂ ਹੁੰਦੀਆਂ ਨੇ, ਉਹ ਕਿਤੇ ਵੀ ਵਿਕਦੀਆਂ ਨੇ ਆਊਟਸਾਈਡ ਕੈਨੇਡਾ। ਉਹਦੇ ਵਿੱਚੋਂ ਕਈ ਇਦਾਂ ਦੀਆਂ ਹੁੰਦੀਆਂ ਨੇ ਜਦੋਂ ਬੰਦਿਆਂ ਨੇ ਵਰਕ ਪਰਮਿਟ ਲਾਉਣਾ ਉਦੋਂ ਉਹਨਾਂ ਨੂੰ ਪਤਾ ਉਹਨਾਂ ਤੇ ਬੈਨ ਲੱਗ ਜਾਂਦਾ 5 ਸਾਲ ਦਾ, ਵੀ ਕਿਉਂਕਿ ਉਹਨਾਂ ਨੇ ਫੋਟੋ ਕਾਪੀ ਕਰਕੇ ਭੇਜਤੀਆਂ ਹੈਗੀਆਂ। ਤੇ ਪਰ ਇਹਦਾ ਮਤਲਬ ਉਹ ਜਿਹੜਾ ਪਿਛਲੇ ਦਿਨੀ ਆਪਣੇ ਨਿਆਣੇ ਵੀ ਇੱਥੇ 600-700 ਵਿਚਾਰਾ ਰੁਲਦਾ ਫਿਰਦਾ, ਉਹਨਾਂ ਨੂੰ ਜਿੱਦਾਂ ਉਹ ਨਕਲੀ ਲੈਟਰ ਦੇ ਦਿੱਤੀ ਸੀਗੀ ਦਾਖਲੇ ਵਾਲੀ, ਉਸੇ ਤਰ੍ਹਾਂ ਇੱਕ ਨਕਲੀ LMIA ਦੇ ਦਿੱਤਾ, ਬੰਦਾ ਮੰਨ ਲਓ ਆ ਵੀ ਗਿਆ ਤੇ ਕੱਲ ਨੂੰ ਉਹਦੇ ਗਲ ਪੈ ਜਾਣਾ ਸਾਰਾ ਕੁਝ। ਨਹੀਂ ਬੰਦਾ ਆਇਆ ਨਹੀਂ ਜੀ, ਬੰਦਾ ਆ ਗਿਆ ਤਾਂ ਫਿਰ ਵੀ ਚਲੋ ਇਹ ਆ ਵੀ ਕੈਨੇਡਾ ਪਹੁੰਚ ਗਿਆ ਕਿਸੇ LMIA ਤੇ, ਉਹ ਤੋਂ ਪਹਿਲਾਂ ਨਕਲੀ ਹੀ ਦੇਤੀ ਵੀ ਕਿਸੇ ਨੇ ਜਿੰਨਾ ਵੀ ਇੰਡੀਆ ਦੇ ਵਿੱਚ ਜਾਂ ਜਿਹੜੇ ਵੀ ਕੰਟਰੀ ਚੱਲਦਾ, ਜਿੰਨੇ ਵੀ 5 7 10 15 ਵਟਐਵਰ ਅਮਾਊਂਟ ਜਿਹੜੀ ਆ ਉਹ ਲੈ ਲਈ, ਨਕਲੀ ਦੇਤੀ। ਉਹਦੇ ਤਾਂ ਐਮਬੈਸੀ ਤੋਂ ਜਾ ਕੇ ਪਤਾ ਵੀ ਜਾਂ ਤਾਂ ਨਕਲੀ ਤੇਰੇ ਤੇ ਬੈਨ ਲੱਗ ਗਿਆ। ਇਹ ਬਹੁਤ ਹੋ ਰਿਹਾ ਹੁਣ। ਨਾਲੇ 5-10 ਲੱਖ ਰੁਪਈਆ ਲੈ ਲਿਆ, ਨਾਲੇ ਅਗਲਾ 5 ਸਾਲ ਹੀ ਬੈਨ ਕਰ ਲਿਆ। ਬਿਲਕੁਲ ਤੁਹਾਡਾ ਭਲਾ ਇਹਦੇ ਵਿੱਚ ਤੁਹਾਨੂੰ ਕੀ ਹੈਗਾ ਜੀ, ਇਹ ਤੁਸੀਂ LMIA ਤੇ ਕਿਉਂਕਿ ਕੈਨੇਡੀਅਨ ਗੌਰਮੈਂਟ ਜਿਹੜਾ ਨਾ ਸਾਰਾ ਕੁਝ ਟਰਾਂਸਪੇਰੈਂਟ ਰੱਖਦੀ ਆ। ਇਹਦੇ ਵਿੱਚ ਕੋਈ ਵੀ ਜਿਹੜੀ LMIA ਕਿਸੇ ਨੂੰ ਵੀ ਇਸ਼ੂ ਹੋਈ ਆ ਉਹਦੇ ਉੱਤੇ ਪਈ ਹੁੰਦੀ ਹੈਗੀ ਆ ਜੀ, ਇਹਨਾਂ ਦੇ ਸਿਸਟਮ ਦੇ ਵਿੱਚ ਹੈਗਾ। ਜਦੋਂ ਕਿਉਂਕਿ ਜੇ ਇਹਦੇ ਵਿੱਚ ਤੁਸੀਂ ਜਿਹੜੇ ਨੇ ਵੀ LMIA ਲੈਣੀ ਆ, ਜਿਹਦੇ ਕੋਲ ਜੈਨੂਇਨ ਹੈਗਾ ਐਕਸਪੀਰੀਅੰਸ, ਤੁਸੀਂ ਆ ਕੇ ਕੈਨੇਡਾ 'ਚ ਕੰਮ ਕਰੋ ਕਿਉਂਕਿ ਲੋੜ ਹੈਗੀ ਆ। ਪਰ ਇਹਦੇ ਵਿੱਚ ਤੁਸੀਂ ਆਪ ਅਵੇਅਰ ਹੋਵੋ ਕਿ ਤੁਹਾਨੂੰ LMIA ਕੀ ਵਾਕਈ ਤੁਹਾਨੂੰ ਕੁਆਲੀਫਾਈ ਕਰਦੀ ਹੈਗੀ ਆ, ਇਹਦੀਆਂ ਟਰਮਸ ਐਂਡ ਕੰਡੀਸ਼ਨਸ ਕੀ ਹੈਗੀਆਂ, ਠੀਕ ਆ ਨਾ। ਉਹਦੇ ਬੇਸਿਸ ਤੇ ਵਰਕ ਪਰਮਿਟ ਲੱਗਣੇ ਹੈਗੇ ਆ। ਐ ਨਹੀਂ ਵੀ LMIA ਲੈ ਲਈ ਤੁਸੀਂ ਕੈਨੇਡਾ ਦੀ PR ਲੈ ਲਈ। ਆਮ ਤੌਰ ਤੇ ਉਹ ਕਹਿੰਦੇ ਵੀ ਆਮ ਤੌਰ ਤੇ ਹੁਣ ਇੰਨਾ ਮਾੜਾ ਹਾਲ ਹੋਇਆ ਪਿਆ ਜੀ, ਉਹ ਕਹਿੰਦੇ ਵੀ ਜੇ ਕੋਈ ਕਲਾਇੰਟ ਆਵੇ ਉਹਨੂੰ ਸੀਟ ਤੇ ਬੈਠੇ ਨੂੰ ਸਿਟੀਜ਼ਨ ਬਣਾ ਦਿਓ, ਠੀਕ ਹੈ ਨਾ, ਵੀ ਸੁਪਨਾ ਵੇਚਦੇ ਹੋ। ਹਾਂ ਵੀ ਉਹੀ ਹੈਗਾ ਵੀ ਜਦੋਂ ਆ ਕੇ ਬੈਠ ਗਿਆ। ਇਹਦੇ ਵਿੱਚ ਦੋਨੋਂ ਤਰ੍ਹਾਂ ਹੈਗਾ ਜੀ, ਜਿਹਨੇ ਕਰਨਾ ਹੈਗਾ ਇੱਥੇ ਡਿਮਾਂਡ ਹੈਗੀ ਆ ਕੈਨੇਡਾ ਦੇ ਵਿੱਚ, ਠੀਕ ਆ। ਜੈਨੂਇਨ LMIA ਤੇ ਤੁਸੀਂ ਆਓ, ਪਰ ਤੁਸੀਂ ਆਪ ਅਵੇਅਰ ਹੋਵੋ ਤੁਹਾਨੂੰ ਕਿਹੜੇ ਪ੍ਰੋਗਰਾਮ ਦੇ ਵਿੱਚ ਤੁਸੀਂ ਹੋਣਾ ਹੈਗਾ। ਜਦੋਂ ਵੀ ਤੁਸੀਂ LMIA ਜਾਣਾ, ਜੇ ਤੁਹਾਡਾ ਪਰਪਸ ਕੈਨੇਡਾ ਦੇ ਵਿੱਚ PR ਹੋਣਾ ਤਾਂ ਪਹਿਲਾਂ ਪੁੱਛੋ ਵੀ ਤੁਸੀਂ PR ਕਿਵੇਂ ਹੋਵੋਗੇ, ਠੀਕ ਆ ਨਾ। ਇਹ ਗੱਲ ਤੋਂ ਤੁਸੀਂ ਸਟਾਰਟ ਕਰੋ। ਜਿੱਦਾਂ ਤੁਸੀਂ ਪਹਿਲਾਂ ਦੱਸਿਆ ਕਿ ਕਈ ਚੀਜ਼ਾਂ ਸਰਕਾਰ ਦੇ ਧਿਆਨ 'ਚ ਸੀ, ਉਹਨੂੰ ਚੇਂਜ ਕਰ ਰਹੀ ਹੈ। ਹੁਣ ਜੇ ਐਕਸਪ੍ਰੈਸ ਐਂਟਰੀ ਵਾਲੇ ਪਤਾ ਨਹੀਂ ਕਿੱਦਾਂ 500 ਤੋਂ ਉੱਪਰ ਨੰਬਰ ਬਣਾ ਕੇ ਬੈਠੇ ਸੀ ਤੇ ਅਗਲੇ ਨੇ ਚੇਂਜ ਕਰਤਾ ਵੀ ਤੂੰ ਬਣਾਈ ਛੱਡ, ਨੰਬਰਾਂ ਦੀ ਲੋੜ ਨਹੀਂ ਸਾਨੂੰ। ਇਹ ਜਿਹੜੀ ਵਿੱਚ ਗੱਲ ਚੱਲਦੀ ਹੈ ਵੀ ਸ਼ਾਇਦ LMIA ਦੇ ਉੱਪਰ ਵੀ ਸਰਕਾਰ ਵਰਕਆਊਟ ਕਰ ਰਹੀ ਹੈ, ਇਹਦਾ ਮਤਲਬ ਇਹ 'ਤੇ ਵੀ ਚੇਂਜ ਹੋ ਸਕੂਗਾ ਇਹਦੇ ਵਿੱਚ, ਕਿਉਂਕਿ ਹਾਂਜੀ ਇਹਦੇ ਵਿੱਚ ਚੇਂਜ ਵੀ ਹੋਣੀ ਆ। ਪਰ ਚੱਕਰ ਇਹ ਹੈਗਾ ਵੀ ਕੈਨੇਡਾ ਦੇ ਵਿੱਚ ਜਿਹੜੇ ਹੈਗੇ ਆ ਨਾ ਓਵਰਆਲ, ਜੇ ਥਰੂ ਆਊਟ ਕੈਨੇਡਾ ਦੇ ਵਿੱਚ ਡਿਮਾਂਡ ਬਹੁਤ ਹੈਗੀ ਆ, ਬੰਦਿਆਂ ਦੀ ਬਹੁਤ ਡਿਮਾਂਡ ਹੈਗੀ ਆ, ਵਰਕਰਸ ਦੀ ਡਿਮਾਂਡ ਖਾਸ ਕਰਕੇ। ਮਤਲਬ ਉਹਦੇ ਵਿੱਚ ਆ ਜਿਹੜਾ ਸੌਦੇਬਾਜ਼ੀ ਵਾਲਾ ਕੰਮ ਹੈ, ਸ਼ਾਇਦ ਉਹਨੂੰ ਨੱਥ ਪਾਉਣ ਲਈ ਸਰਕਾਰ ਕੁਛ ਕਰੇ। ਸਰਕਾਰ ਦੀ ਹਮੇਸ਼ਾ ਕੋਸ਼ਿਸ਼ ਤਾਂ ਰਹਿੰਦੀ ਹੈਗੀ ਆ ਜੀ, ਪਰ ਇਹ ਫੀਲਡ ਜਿਹੜਾ ਇੰਨਾ ਵਾਸਟ ਹੈਗਾ ਨਾ, ਇਹਨੂੰ ਕੰਟਰੋਲ, ਇਹਨੂੰ ਮੋਨੀਟਰ ਕਰਨਾ ਕਾਫੀ ਔਖਾ ਹੋ ਜਾਂਦਾ ਹੈ। ਬੰਦਾ ਆਪ ਹੀ ਬਚੇ ਕਿਉਂਕਿ ਇਹਦੇ ਵਿੱਚ ਮੈਂ ਕਹਿਣਾ ਹੈਗਾ ਜੀ, ਬਹੁਤ ਇਦਾਂ ਦੀਆਂ ਕੰਪਨੀਆਂ ਨੇ ਜਿਹੜੀਆਂ ਕਿ ਵੈਲਿਡ ਹੈ ਹੀ ਨਹੀਂ, ਉਹਨਾਂ ਦੀਆਂ LMIs ਨਿਕਲਦੀਆਂ ਨੇ, ਠੀਕ ਆ ਨਾ। ਪਰਪਸ ਹੀ ਉਹਨਾਂ ਦਾ ਇਮੀਗ੍ਰੇਸ਼ਨ ਵਾਸਤੇ, ਉਹ ਕੰਪਨੀ ਐਗਜ਼ਿਸਟ ਨਹੀਂ ਕਰਦੀ ਪਰ LMIA ਹੈਗੀ ਆ। ਕਿਉਂਕਿ ਗਵਰਨਮੈਂਟ ਨੂੰ ਇਹ ਹੁੰਦਾ ਵੀ ਵਾਕਈ ਇਹਨਾਂ ਨੂੰ ਬੰਦੇ ਚਾਹੀਦੇ ਆ ਜਾਂ ਹੈਗਾ, ਤੁਸੀਂ ਪੂਰਾ ਵੈਰੀਫਾਈ ਕਰੋ। ਕਿਉਂਕਿ ਅੱਜ ਕੱਲ੍ਹ ਕੈਨੇਡਾ 'ਚ ਹਰ ਕਿਸੇ ਦੀ ਫੈਮਿਲੀ ਆ, ਹਰ ਕਿਸੇ ਦੇ ਰਿਸ਼ਤੇਦਾਰ ਆ, ਤੁਸੀਂ ਜਾ ਕੇ ਉੱਥੇ ਕਰੋ। ਕਿਉਂਕਿ ਆਨ ਦੇ ਟਾਈਮ ਦੇ ਵਿੱਚ ਇਹ ਪ੍ਰੋਬਲਮ ਪੈਣੀ ਆ ਜੀ, ਅਗਲੇ ਨੇ ਕਹਿਣਾ ਇਹਨੇ ਮੈਨੂੰ ਕੰਮ ਨਹੀਂ ਦਿੱਤਾ, ਆ ਨਹੀਂ ਹੋਇਆ, ਉੱਦਾਂ ਦੀਆਂ ਹੋਣੀਆਂ। ਉਹ ਹਰ ਕਿਸੇ ਦਾ ਇੰਪ੍ਰੈਸ਼ਨ ਬੈਠ ਜਾਂਦਾ ਹੈਗਾ ਉਹਨਾਂ ਗੱਲਾਂ ਕਰਕੇ। ਅੱਛਾ, ਇੱਕ ਹੁਣ ਜਿਹੜਾ ਕੰਮ ਤੁਸੀਂ ਬਹੁਤ ਧੜੱਲੇ ਨਾਲ ਕਰਦੇ ਹੋ, ਮੇਰੇ ਖਿਆਲ ਤੁਹਾਡੀ ਕੰਪਨੀ ਦੇ ਉੱਪਰ ਵਿਸ਼ਵਾਸ ਵੀ ਕਰਦੀ ਹੈ ਇੱਥੋਂ ਦੀਆਂ ਸਰਕਾਰਾਂ ਚਾਹੇ ਕਮਿਊਨਿਟੀਜ਼, ਕਿ ਜਿਹੜੇ ਬੰਦੇ ਨੇ ਬਿਜ਼ਨਸ ਇਮੀਗ੍ਰੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਆਉਣਾ ਕਿ ਯਾਰ ਮੈਂ ਕੈਨੇਡਾ ਜਾ ਕੇ ਬਿਜ਼ਨਸ ਕਰਨਾ, ਉਹਦੇ ਬਾਰੇ ਹੁਣ ਜਿਹੜੀ ਮੈਨੂੰ ਲੱਗਦਾ ਕਿ ਆਪਾਂ ਗੱਲਬਾਤ ਕਰੀਏ ਕਿ ਪਹਿਲਾਂ ਤੁਸੀਂ ਛੋਟੀਆਂ ਇਨਵੈਸਟਮੈਂਟਸ ਜਾਂ ਦੂਰ ਦਰਾਜ਼ ਦੇ ਜਿਹੜੇ ਪਿੰਡ ਥਾਂ ਕਸਬੇ ਸੀ ਉਹਨਾਂ 'ਚ ਇਨਵੈਸਟਮੈਂਟਸ ਤੋਂ ਲੈ ਕੇ ਹੁਣ ਕੈਨੇਡਾ ਦੇ ਵੱਡੇ ਸ਼ਹਿਰਾਂ ਦੇ ਵਿੱਚ ਇਨਵੈਸਟਮੈਂਟ ਦੀਆਂ ਵੱਡੀਆਂ ਓਪਰਚੁਨਿਟੀਜ਼ ਜਿਹੜੀਆਂ ਨੇ ਉਹਦੇ ਲਈ ਵੀ ਕੰਮ ਕਰ ਰਹੇ ਹਾਂ। ਸੋ ਮੈਂ ਚਾਹੁੰਦਾ ਕਿ ਆਪਾਂ ਉਹ ਵੀ ਥੋੜ੍ਹੀ ਜਿਹੀ ਗੱਲ ਕਰ ਲਈਏ ਕਿ ਜੇ ਕਿਸੇ ਦੇ ਮਨ 'ਚ ਹੋਵੇ ਕਿ ਯਾਰ ਆਪਾਂ ਕਾਰੋਬਾਰ ਦੇ ਲਿਹਾਜ਼ ਨਾਲ ਕੈਨੇਡਾ ਜਾਣਾ, ਤੇ ਫਿਰ ਉਹਦੇ ਲਈ ਕੀ ਵੇ ਆਊਟਸ ਨੇ? ਹਾਂਜੀ, ਕੈਨੇਡਾ ਲਈ ਬਿਜ਼ਨਸ ਇਮੀਗ੍ਰੇਸ਼ਨ ਜਾਂ ਇਨਵੈਸਟਰ ਪ੍ਰੋਗਰਾਮ ਬਹੁਤ ਵਧੀਆ ਕੈਨੇਡਾ ਦੇ ਪ੍ਰੋਗਰਾਮ ਹੈਗੇ ਆ ਜੀ। ਕੈਨੇਡਾ ਨੇ ਇਹਦੇ ਵਿੱਚ ਇਹ ਜ਼ਰੂਰ ਹੈਗਾ ਜੀ ਵੀ ਜੇ ਤੁਹਾਡੇ ਕੋਲ ਜੈਨੂਇਨ ਐਕਸਪੀਰੀਅੰਸ ਹੈਗਾ, ਕਿਉਂਕਿ ਕੈਨੇਡੀਅਨ ਗਵਰਨਮੈਂਟ ਇਹ ਪੱਕਾ ਦੇਖਦੀ ਹੈ ਤੁਹਾਡੇ ਕੋਲ ਜੈਨੂਇਨ ਐਕਸਪੀਰੀਅੰਸ ਆ। ਇਹ ਪ੍ਰੋਗਰਾਮ ਉਹਨਾਂ ਵਾਸਤੇ ਆ ਜਿਹੜੇ ਵਾਕਈ ਜਿਹੜੇ ਬਿਜ਼ਨਸ ਕਰਦੇ ਆ ਤੇ ਕੈਨੇਡਾ 'ਚ ਆ ਕੇ ਬਿਜ਼ਨਸ ਕਰਨਾ ਚਾਹੁੰਦੇ ਆ, ਠੀਕ ਆ। ਇਹਦੇ ਵਿੱਚ ਜਿਹੜੀ ਹੋ ਜਾਂਦੀ ਹੈ ਇਮੀਗ੍ਰੇਸ਼ਨ ਸੈਕੰਡਰੀ ਰਹਿ ਜਾਂਦੀ ਹੈ, ਇਮੀਗ੍ਰੇਸ਼ਨ ਤਾਂ ਮਿਲ ਹੀ ਜਾਣੀ ਹੈ, ਇਮੀਗ੍ਰੇਸ਼ਨ ਦੀ ਪ੍ਰੋਬਲਮ ਨਹੀਂ ਹੈਗੀ ਜੇ ਤੁਸੀਂ ਉਹਨਾਂ ਦੀ ਐਲੀਜੀਬਿਲਟੀ ਮੀਟ ਕਰਦੇ ਹੋ।
ਹੋ। ਇਹਦੇ ਵਿੱਚ ਜਿਹੜੇ ਇਹ ਪ੍ਰੋਗਰਾਮ ਹੈਗੇ ਆ ਜੀ, ਇਹਦੇ ਵਿੱਚ ਪਹਿਲਾਂ ਸੀਗਾ ਇਹਦੇ 'ਚ BC ਜਿਹੜਾ ਬ੍ਰਿਟਿਸ਼ ਕੋਲੰਬੀਆ, ਉਹ ਕਾਫੀ ਅਗਰੈਸਿਵਲੀ ਇਹਦੇ ਵਿੱਚ ਇਨਵੈਸਟਮੈਂਟ ਕਰਵਾ ਰਿਹਾ ਸੀਗਾ ਜੀ। ਤੇ ਇਹਦੇ ਵਿੱਚ ਜਿਹੜਾ ਹੈਗਾ ਪਹਿਲਾਂ ਉਹਨਾਂ ਨੇ ਈਵਨ ਅਸੀਂ ਉੱਥੇ ਕਈ ਜਗ੍ਹਾ ਤੇ ਇਨਵੈਸਟਮੈਂਟਸ ਕਰਾਈਆਂ ਨੇ ਜਿੱਥੇ ਕਿ 100,000 ਦੇ ਆਪਾਂ ਕਈ ਪ੍ਰੋਗਰਾਮ ਕੀਤੇ, $1,00,000 ਲਾਓ ਤੁਸੀਂ ਇਮੀਗ੍ਰੇਸ਼ਨ ਲਾਓ। ਇਹਦੇ ਵਿੱਚ ਕਾਫੀ ਬੰਦੇ ਸਾਡੇ ਆ ਗਏ। ਪ੍ਰੋਸੈਸ ਜਿਹੜਾ ਹੈਗਾ ਵਰਕ ਪਰਮਿਟ ਦਾ ਜਿਹੜਾ ਪ੍ਰੋਸੈਸ ਆ 6 ਤੋਂ 8 ਮਹੀਨੇ ਦਾ ਪ੍ਰੋਸੈਸ ਚੱਲ ਰਿਹਾ ਹੈਗਾ ਜੀ ਹੋਏ। ਤੇ ਇੱਕ ਬ੍ਰਿਟਿਸ਼ ਕੋਲੰਬੀਆ ਦਾ ਪ੍ਰੋਗਰਾਮ ਹੋਰ ਹੈਗਾ ਜੀ, ਜਿਹਦੇ ਵਿੱਚ ਅੱਗੇ ਇਹਨਾਂ ਨੇ ਕੀਤਾ ਸੀ ਵੀ ਤੁਸੀਂ $1,00,000 ਲਾ ਕੇ ਆ ਕਰੋ। ਹੁਣ ਇਹਨਾਂ ਨੇ ਕੀਤਾ ਵੀ ਤੁਸੀਂ $2-2.5 ਲੱਖ ਲਾਓ, ਉਹਦੇ 'ਚ ਕੋਈ ਤੁਹਾਡੀ ਉਹ ਨਹੀਂ ਹੈਗੀ, ਜਿੱਥੇ ਮਰਜ਼ੀ ਤੁਸੀਂ ਇਨਵੈਸਟਮੈਂਟ ਕਰੋ। ਠੀਕ ਆ ਜੀ, ਇਹ ਬਹੁਤ ਵਧੀਆ ਪ੍ਰੋਗਰਾਮ ਹੈਗੇ ਆ ਜੀ। ਉਸ ਤੋਂ ਬਿਨਾਂ ਅਲਬਰਟਾ ਨੇ ਵੀ ਹੁਣ ਅਲਬਰਟਾ ਦੇ ਵਿੱਚ ਅਸੀਂ ਇਨਵੈਸਟਮੈਂਟਸ ਕਰਵਾਈਆਂ ਹੈਗੀਆਂ ਜੀ। ਅਲਬਰਟਾ ਦੇ ਵਿੱਚ ਬਹੁਤ ਵਧੀਆ ਪ੍ਰੋਗਰਾਮ ਆ ਜਿੱਥੇ ਤੁਸੀਂ $1,00,000 ਪਲੱਸ ਲਾ ਕੇ ਤੁਸੀਂ ਕਰ ਸਕਦੇ ਹੋ। ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਬਿਜ਼ਨਸ ਕਿਹੜੇ ਹੋ ਜਾਂਦੇ ਆ ਜੀ। ਬਿਜ਼ਨਸ ਇਹਦੇ ਵਿੱਚ ਕੋਈ ਵੀ ਤੁਸੀਂ ਆਪਦਾ ਕਰਦੇ ਹੈਗੇ ਹੋ ਬਿਜ਼ਨਸ। ਹੁਣ ਜਿਹੜੀਆਂ ਸਾਡੀਆਂ ਹੋਈਆਂ ਹੈਗੀਆਂ ਇਨਵੈਸਟਮੈਂਟ ਅਸੀਂ ਕਿਚਨ ਕੈਬਨਿਟਸ ਦੇ ਵਿੱਚ ਕਰਵਾਈਆਂ ਨੇ। ਹੁਣ ਜਿਹੜੇ ਹੈਗੇ ਆ ਜਿਵੇਂ ਮੈਨ ਕਲੋਥਿੰਗ ਸਟੋਰ ਆ ਉਹਦੇ ਵਿੱਚ ਹੋ ਜਾਂਦੇ ਹੈਗੇ ਆ ਜੀ। ਹੁਣ ਇੱਕ ਅਸੀਂ ਇਨਵੈਸਟਮੈਂਟ ਕਰਵਾ ਰਹੇ ਹਾਂ ਉਹ ਫ੍ਰੈਗਨੈਂਸ ਸਟੋਰ, ਜਿਵੇਂ ਆਪਣੇ ਮਾਲ ਹੁੰਦੀ ਆ ਉਹਦੇ ਵਿੱਚ ਉਹਨਾਂ ਨੇ ਜਿਹੜੇ ਪਰਫਿਊਮ ਵਗੈਰਾ ਫ੍ਰੈਗਨੈਂਸ ਵਗੈਰਾ ਲੈ ਕੇ ਉਹ ਲਾਈਟ ਕਾਫੀ ਮਹਿੰਗੇ ਜਿਹੜੇ ਹੈਗੇ ਆ, ਜਿਵੇਂ $200-250 ਦੇ ਇੱਦਾਂ ਦੀ, ਉਹ ਕਾਫੀ ਡਿਮਾਂਡ ਆ ਕੈਨੇਡਾ ਦੇ ਵਿੱਚ ਹੈ ਨਾ ਉਹ ਚੀਜ਼ਾਂ ਦੇ। ਤੇ ਉਸ ਤੋਂ ਬਿਨਾਂ ਜਿਹੜੇ ਹੈਗੇ ਆ ਤੁਸੀਂ ਇੱਥੇ ਲੀਕਰ ਸਟੋਰ ਵਗੈਰਾ ਖੋਲ੍ਹ ਸਕਦੇ ਹੈਗੇ ਹੋ। ਤੇ ਮੇਨ ਇਹ ਆ ਵੀ ਜੇ ਤੁਸੀਂ ਜਿਵੇਂ ਕੋਈ ਇੰਡੀਆ ਦੇ ਵਿੱਚ ਜਾਂ ਕਿਤੇ ਵੀ ਬਾਹਰ ਕੋਈ ਹੈਗਾ, ਜਿਵੇਂ ਜੀ ਕੋਈ ਕੰਪਨੀ ਮਠਿਆਈ ਦੀ ਕੰਪਨੀ ਹੈਗੀ ਆ, ਕੋਈ ਬ੍ਰਾਂਡ ਵਧੀਆ ਹੈਗਾ, ਉਹ ਆਪਦਾ ਇੱਥੇ ਕੈਨੇਡਾ ਦੇ ਵਿੱਚ ਕੰਮ ਸਟਾਰਟ ਕਰ ਸਕਦੇ ਹੈਗੇ ਆ ਜੀ। ਇੱਦਾਂ ਦੇ ਕਾਫੀ ਹੈਗੇ ਆ ਜਿਹੜੇ ਤੁਸੀਂ ਆਪਦੇ ਹੈਗੇ ਆ ਵੀ ਤੁਸੀਂ ਕੈਨੇਡਾ ਦੇ ਵਿੱਚ ਵਾਕਈ ਇਨਵੈਸਟ ਕਰਕੇ ਆਪਦਾ ਕੰਮ ਵੀ ਚਲਾ ਸਕਦੇ ਹੋ ਤੇ ਪਰਮਾਨੈਂਟ ਇਮੀਗ੍ਰੇਸ਼ਨ ਲੈ ਸਕਦੇ ਹੋ। ਇਹਦੇ ਬਾਰੇ ਜੇ ਤੁਸੀਂ ਸਾਡੇ ਨਾਲ ਪ੍ਰੋਫਾਈਲ ਆਪਦੀ ਸ਼ੇਅਰ ਕਰੋ, ਅਸੀਂ ਤੁਹਾਨੂੰ ਜਿਹੜੇ ਉੱਥੇ ਦੇ ਜਿਹੜੇ ਜਿਨ੍ਹਾਂ ਨੇ ਹੈਗੇ ਆ ਟਾਊਨ ਦੇ ਇਕਨੋਮਿਕਲ ਡਿਵੈਲਪਮੈਂਟ ਆਫਿਸਰ, ਉਹਨਾਂ ਨਾਲ ਤੁਹਾਡੀ ਡਾਇਰੈਕਟ ਮੀਟਿੰਗ ਕਰਵਾਵਾਂਗੇ। ਉਹਨਾਂ ਜਾ ਕੇ ਤੁਹਾਨੂੰ ਸਾਰਾ ਕੁਝ ਟਰਾਂਸਪੇਰੈਂਟ ਹੋਊਗਾ ਵੀ ਕਿੰਨਾ ਕਿਉਂਕਿ ਆਮ ਤੌਰ 'ਤੇ ਜਦੋਂ ਬੰਦਾ ਬਾਹਰ ਬੈਠਾ ਉਹਨੂੰ ਕੈਨੇਡਾ ਦੇ ਬਿਜ਼ਨਸ ਦਾ ਨਹੀਂ ਪਤਾ ਵੀ ਮੈਨੂੰ ਕਿੰਨਾ ਪ੍ਰੋਫਿਟ ਹੋਊਗਾ, ਮੈਨੂੰ ਵੀ ਮੇਰੀ ਖਰਚਾ ਕਿੰਨਾ ਹੋਣਾ, ਮੇਰਾ ਕੰਮ ਚੱਲੂ ਕਿ ਨਹੀਂ ਚੱਲੂ। ਇਹ ਮੇਨ ਪ੍ਰੋਬਲਮ ਹੁੰਦੀ ਹੈਗੀ ਆ ਜੀ। ਇਹ ਕੰਸਰਨ ਹੁੰਦਾ ਜਿਹੜਾ ਕਿ ਬਿਲਕੁਲ ਜੈਨੂਅਨ ਹੈਗਾ। ਉਹਦੇ ਬਾਰੇ ਤੁਸੀਂ ਆਪਦਾ ਸਾਡੇ ਨਾਲ ਆਪਦੀ ਪ੍ਰੋਫਾਈਲ ਤੁਸੀਂ ਗੱਲ ਕਰੋ, ਸਾਡੇ ਨਾਲ ਪ੍ਰੋਫਾਈਲ ਸ਼ੇਅਰ ਕਰੋ। ਅਸੀਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੱਸਾਂਗੇ ਵੀ ਉੱਥੋਂ ਕਿਹੜਾ ਬਿਜ਼ਨਸ ਚੱਲੂ, ਤੁਹਾਨੂੰ ਕਿੰਨਾ ਪ੍ਰੋਫਿਟ ਹੋਊ। ਈਵਨ ਜਿਹੜੇ ਸਾਡੀ ਟੀਮ ਦੇ ਵਿੱਚ ਕਈ ਕੰਸਲਟੈਂਟ ਜਿਹੜੇ ਰੀਅਲਟਰਸ ਵਗੈਰਾ ਹੈਗੇ, ਉਹ ਜੇ ਤੁਸੀਂ ਸਾਡੇ ਨਾਲ ਡਿਸਕਲੇਮਰ ਵਗੈਰਾ ਸਾਈਨ ਕਰੋਗੇ ਉਹ ਤੁਹਾਨੂੰ ਸਾਰਾ ਦੱਸਣਗੇ ਆਪ ਬਿਜ਼ਨਸ ਕਿੰਨੇ ਚਿਰ ਦਾ ਲੱਗਿਆ ਹੋਇਆ ਕੀ ਹੈਗਾ, ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲੂਗੀ। ਤੁਸੀਂ ਈਵਨ ਜੇ ਤੁਸੀਂ ਕੈਨੇਡਾ ਦੇ ਵਿੱਚੋਂ ਕੋਈ ਬਿਜ਼ਨਸ ਦੇਖ ਰਹੇ ਹੋ ਤਾਂ ਵੀ ਤੁਸੀਂ ਸਾਡੇ ਕਿਸੇ ਵੀ ਆਫਿਸ ਨੂੰ ਕੰਟੈਕਟ ਕਰੋ। ਅਸੀਂ ਤੁਹਾਨੂੰ ਉਹ ਪਰਟੀਕੁਲਰ ਕਮਿਊਨਿਟੀ ਦੇ ਵਿੱਚ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ। ਤੁਸੀਂ ਇਨਵੈਸਟ ਕਰਨਾ ਨਹੀਂ ਕਰਨਾ ਜਾਂ ਲੇਟਰ ਔਨ ਕਰਨਾ ਉਹ ਤੁਸੀਂ ਕਰ ਸਕਦੇ ਹੋ, ਪਰ ਅਸੀਂ ਤੁਹਾਨੂੰ ਉਹਦੀ ਸਾਰੀ ਨੌਲੇਜ ਦੇਵਾਂ ਜੀ। ਸੋ ਇਹ ਇੱਥੋਂ ਆਪਾਂ ਇੱਕ ਵਾਰ ਗੱਲ ਕਰ ਲਈਏ ਦੁਬਾਰਾ ਕਿ ਵੀ ਅੱਜ ਜਿਹੜੀਆਂ ਇਮੀਗ੍ਰੇਸ਼ਨ ਦੇ ਵਿੱਚ ਚੇਂਜਿਸ ਹੋਈਆਂ ਸੀ ਪੁਆਇੰਟ ਸਿਸਟਮ ਤੋਂ ਲੈ ਕੇ LMIA ਤੇ LMIA ਤੋਂ ਲੈ ਕੇ ਛੋਟੀਆਂ ਬਿਜ਼ਨਸ ਓਪਰਚੁਨਿਟੀਜ਼ ਤੋਂ ਲੈ ਕੇ ਵੱਡੀਆਂ ਜੇ ਤੁਸੀਂ ਇਨਵੈਸਟਮੈਂਟਸ ਕਰਨੀਆਂ ਨੇ ਤਾਂ ਵੀ ਫਾਰਗੋ ਇਮੀਗ੍ਰੇਸ਼ਨ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤੁਹਾਡੇ ਨਾਲ ਸੰਪਰਕ ਭਾਰਤ 'ਚ ਕਿੱਥੇ ਕੀਤਾ ਜਾ ਸਕਦਾ ਤੇ ਕੈਨੇਡਾ 'ਚ ਕਿੱਥੇ ਕੀਤਾ ਜਾ ਸਕਦਾ? ਹਾਂਜੀ, ਤੁਸੀਂ ਇੰਡੀਆ ਦੇ ਵਿੱਚ ਸਾਡੇ ਲੁਧਿਆਣੇ ਆਫਿਸ ਦੇ ਵਿੱਚ ਕਰ ਸਕਦੇ ਹੋ। ਸਾਡਾ ਕਿਉਂਕਿ ਇੱਕੋ ਹੀ ਆਫਿਸ ਹੈਗਾ, ਲੁਧਿਆਣੇ ਰੱਖਿਆ ਹੋਇਆ ਹੈਗਾ। ਤੇ ਉਸ ਤੋਂ ਬਿਨਾਂ ਤੁਸੀਂ ਸਾਨੂੰ ਐਡਮਿੰਟਨ ਦੇ ਵਿੱਚ ਵੀ ਕਰ ਸਕਦੇ ਹੋ ਕੰਟੈਕਟ, ਬਰੈਂਪਟਨ ਦੇ ਵਿੱਚ, ਸਰੀ ਦੇ ਵਿੱਚ ਤੇ ਕੈਲਗਰੀ ਦੇ ਵਿੱਚ ਅਸੀਂ ਆਉਣ ਦੇ ਟਾਈਮ ਦੇ ਵਿੱਚ ਆਪਦਾ ਇੱਕ ਨਵਾਂ ਆਫਿਸ ਸਟਾਰਟ ਕਰ ਰਹੇ ਹੈਗੇ ਹਾਂ ਜੀ। ਚਲੋ ਚੰਗੀ ਗੱਲ ਆ। ਤੁਸੀਂ ਹਰਕਿਰਨ ਬਾਈ ਜੀ ਆਏ ਤੇ ਮੇਰਾ ਖਿਆਲ ਤੁਸੀਂ ਅੱਜ ਆਏ ਤੇ ਨਾਲ ਹੀ ਉਧਰੋਂ ਅਪਡੇਟ ਆ ਗਈ ਤੇ ਆਪਾਂ ਉਹਦੇ ਤੇ ਚਲੋ ਗੱਲਬਾਤ ਕਰ ਲਈ, ਕਿਸੇ ਦਾ ਭਲਾ ਹੋ ਜਾਊਗਾ। ਇੱਦਾਂ ਆਉਂਦੇ ਜਾਂਦੇ ਰਿਹਾ ਕਰੋ। ਬੜਾ ਚੰਗਾ ਲੱਗਾ ਤੁਸੀਂ ਸਮਾਂ ਕੱਢਿਆ, ਧੰਨਵਾਦ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਤੁਹਾਡੀ ਸਾਰੀ ਟੀਮ ਦਾ ਤੇ ਸਾਰੇ ਸਰੋਤਿਆਂ ਦਾ ਥੈਂਕਸ ਲੋਟ। ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ ਤੇ ਆਸ ਕਰਦੇ ਹਾਂ ਜੇ ਕੋਈ ਹੋਰ ਜਾਣਕਾਰੀ ਤੁਸੀਂ ਲੈਣੀ ਹੋਊਗੀ ਤੁਸੀਂ ਆਪ ਉਹਨਾਂ ਦੇ ਨਾਲ ਸੰਪਰਕ ਕਰ ਲੈਣਾ। ਫਿਲਹਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।